साधु संग ध्यान काट कल काल ਬਹੁਤਾਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਾਧੂ ਸ਼ਬਦ ਗੁਰੂ ਨਾਲ ਸੰਬੋਧਨ ਕੀਤਾ ਗਿਆ ਹੈ। ਦੂਸਰਾ ਸਾਧੂ ਅਰਥ ਉਸ ਲਈ ਵਰਤਿਆ ਗਿਆ ਹੈ ਜਿਸ ਨੇ ਆਪਣੇ ਜੀਵਨ ਨੂੰ ਸਾਧ ਲਿਆ ਹੈ, ਜਿਸ ਨੇ ਸਾਧਨਾ ਸਾਧੀ ਹੈ, ਜਿਸ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਇੱਥੇ ਜੋ ਸ਼ਬਦ ਹੈ ਸਾਧੂ ਅਰਥ ਗੁਰੂ ਹੈ, ਗੁਰੂ ਦੇ ਲਈ ਹੈ। ਸਾਧੂ ਸੰਗ ਭਜੋ ਗੋਪਾਲ। ਇਹ ਭਾਈ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦਾ ਸੰਗ ਕਰਕੇ ਗੋਪਾਲ ਪ੍ਰਮਾਤਮਾ ਦਾ ਭਜਨ ਕਰ। ਜਦੋਂ ਤੂੰ ਪ੍ਰਮਾਤਮਾ ਦੀ ਬੰਦਗੀ ਇਬਾਦਤ ਕਰੇਗਾ ਗੁਰੂ ਦੀ ਸੰਗਤ ਵਿੱਚ ਬੈਠ ਕੇ, ਤੇਰੇ ਜੀਵਨ ਦੇ ਅੰਦਰ ਆਨੰਦ ਪੈਦਾ ਹੋ ਜਾਏਗਾ। ਅਸੀਂ ਗੁਰੂ ਦੀ ਹਜ਼ੂਰੀ 'ਚ ਆਨੰਦ ਲੈਣ ਆਉਂਦੇ ਹਾਂ, ਦੁੱਖ ਖਤਮ ਕਰਨ ਲਈ ਆਉਂਦੇ ਹਾਂ ਤੇ ਸੁੱਖ ਲੈਣ ਲਈ ਆਉਂਦੇ ਹਾਂ। ਮਹਾਰਾਜ ਕਹਿੰਦੇ ਨੇ ਦੁੱਖ ਪਾਰ ਹਰ ਸੁੱਖ ਘਰ ਲੈ ਜਾਏ। ਗੁਰੂ ਤਾਂ ਸੁੱਖ ਦੇਣ ਲਈ ਤਿਆਰ ਹੈ। ਕਹਿੰਦੇ ਤੂੰ ਦੁੱਖ ਲੈ ਕੇ ਆ, ਤੈਨੂੰ ਮੈਂ ਸੁੱਖ ਦੇਵਾਂਗਾ। ਗੁਰੂ ਦੀ ਸੰਗਤ ਵਿੱਚ ਤਾਂ ਬੈਠ। ਮੇਰਾ ਮਨ ਸਾਧ ਜਨਾ ਮਿਲ ਹਰਿਆ। ਇਹ ਭਾਈ ਮੇਰਾ ਮਨ ਜਿਹੜਾ ਹੈ ਉਹ ਗੁਰੂ ਦੀ ਸੰਗਤ ਵਿੱਚ ਬੈਠ ਕੇ ਹਰਾ ਭਰਾ ਹੋ ਗਿਆ। ਸੂਕੇ ਹਰੇ ਕੀਏ ਹਿਨ ਮਾਹੇ। ਹਿਨ ਭਰ ਵਿੱਚ ਗੁਰੂ ਜਿਹੜਾ ਹੈ ਉਹ ਸੁੱਕੇ ਜੀਵਨ ਭਰੇ ਹਰੇ ਭਰੇ ਹੋ ਜਾਂਦੇ ਨੇ। ਜੇ ਸੁੱਕੇ ਖੇਤ ਹੋਣ ਉਹ ਵੀ ਹਰੇ ਹੋ ਜਾਂਦੇ ਨੇ। ਅਸੀਂ ਤਾਂ ਮਨੁੱਖ ਹਾਂ। ਮਹਾਰਾਜ ਕਹਿੰਦੇ ਨੇ ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ। ਜੇ ਪੱਥਰ ਤਰ ਜਾਂਦੇ ਨੇ ਤੇ ਮਨੁੱਖ ਕਿਉਂ ਨਹੀਂ ਤਰ ਸਕਦਾ? ਦੇਵਾ ਹੇ ਪ੍ਰਭੂ, ਹੇ ਪ੍ਰਮਾਤਮਾ, ਤੇਰਾ ਨਾਮ ਲਿਆ ਤਾਂ ਪੱਥਰ ਤਰ ਗਏ ਤੇ ਤੂੰ ਮਨੁੱਖ ਕਿਉਂ ਨਹੀਂ ਤਰ ਸਕਦਾਗਾ? ਰਾਮ ਕਹਿਤ ਜਨ ਕਸ ਨਾ ਤਰੇ ਤਾਰੀ ਲੈ ਗਨਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ। ਕਿੰਨੀਆਂ ਉਦਾਹਰਨਾਂ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਵਿੱਤਰ ਸ਼ਬਦ ਹੈ ਅਸ਼ਟਪਦੀਆਂ ਦੇ ਅੰਦਰ। ਮਹਾਰਾਜ ਕਹਿੰਦੇ ਨੇ ਸੁਣ ਸਾਖੀ ਮਨ ਜਪ ਪਿਆਰ। ਇਹ ਮੇਰੇ ਮਨ, ਤੂੰ ਗੁਰੂ ਦੀ ਸਿੱਖਿਆ ਧਿਆਨ ਨਾਲ ਸੁਣ। ਸਾਧੂ ਗੁਰੂ ਦੀ ਸੰਗਤ ਸੁਣ ਸਾਖੀ ਮਨ ਜਪ ਪਿਆਰ। ਪਹਿਲੀ ਉਦਾਹਰਣ ਦਿੱਤੀ ਅਜਾਮਲ ਉਦਰਿਆ ਕਹਿ ਇੱਕ ਵਾਰ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਏ ਨਿਸਤਾਰਾ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਉਦਾਹਰਨਾਂ ਦਿੱਤੀ, ਉਹਨਾਂ ਸੰਸਾਰ ਦੀਆਂ। ਰਾਵਣ ਦੀ ਉਦਾਹਰਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗਨਕਾ ਦੀ ਉਦਾਹਰਣ ਹੈ ਕਿ ਗਨਕਾ ਤਰ ਗਈ ਹੈ, ਮਨੁੱਖ ਤੂੰ ਕਿਉਂ ਨਹੀਂ ਤਰ ਸਕਦਾ? ਮਹਾਰਾਜ ਕਹਿੰਦੇ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਦਰਿਆ ਕਹਿ ਇੱਕ ਵਾਰ। ਸਿਰਫ ਇੱਕ ਵਾਰ ਨਾਰਾਇਣ ਕਿਹਾ। ਬਾਲਮੀਕੈ ਹੋਵਾ ਸਾਧ ਸੰਗ। ਬਾਲਮੀਕ ਦੀ ਉਦਾਹਰਣ ਮਹਾਰਾਜ ਨੇ ਦਿੱਤੀ। ਕਹਿੰਦੇ ਬਾਲਮੀਕ ਨੇ ਸਾਧੂਆਂ ਦਾ ਸੰਗ ਕੀਤਾ। ਸਾਧੂ ਸੰਗ ਭਜੋ ਗੋਪਾਲ। ਬਾਲਮੀਕੈ ਹੋਵਾ ਸਾਧ ਸੰਗ ਧਰੂ ਕੋ ਮਿਲਿਆ ਹਰ ਨਿਸ਼ੰਗ। ਤੇਰਿਆਂ ਸੰਤਾਂ ਜਾਂਚੋ ਚਰਨ ਰੇਨ ਲੈ ਮਸਤਕ ਲਾਵੋ ਕਰ ਕਿਰਪਾ ਦੇਨ।
ਮਹਾਰਾਜ ਕਹਿੰਦੇ ਨੇ ਬਾਲਮੀਕ ਤਰ ਗਿਆ ਜਿਹਨੇ ਸਾਧੂਆਂ ਦੀ ਸੰਗਤ ਕੀਤੀ। ਤੇ ਬਾਲਮੀਕ ਹੀ ਐਸਾ ਮਹਾਨ ਵਿਦਵਾਨ ਹੋਇਆ ਜਿਸ ਨੇ ਰਾਮਾਇਣ ਲਿਖੀ ਹੈ। ਸਾਧ ਸੰਗਤ, ਅੱਜ ਦੁਨੀਆ ਦੇ ਅੰਦਰ ਅਗਰ ਲੋਕ ਸ਼੍ਰੀ ਰਾਮਚੰਦਰ ਮਹਾਰਾਜ ਲਈ ਪੜ੍ਹ ਰਹੇ ਹਨ ਤੇ ਉਹ ਸਭ ਤੋਂ ਵੱਡੀ ਦੇਣ ਹੈ ਸ਼੍ਰੀ ਬਾਲਮੀਕ ਮਹਾਰਾਜ ਜੀ, ਜਿਹੜੇ ਏਡੇ ਵੱਡੇ ਵਿਦਵਾਨ ਹੋਏ ਨੇ। ਕਿਉਂਕਿ ਉਹਦਾ ਪਿਛਲਾ ਜੀਵਨ ਕਿੱਦਾਂ ਦਾ ਉਹਨੂੰ ਛੱਡ ਦਈਏ ਆਪਾਂ। ਜਦੋਂ ਉਹਨੇ ਸਾਧੂਆਂ ਦੀ ਸੰਗਤ ਕੀਤੀ ਉਹ ਤਰ ਗਿਆ। ਮੇਰਾ ਮਨ ਸਾਧ ਜਨਾ ਮਿਲ ਰਿਹਾ, ਸੱਜਣ ਸੰਤ ਬਣ ਗਿਆ। ਲੇਕਿਨ ਅਸੀਂ ਮਾਫ ਨਹੀਂ ਕੀਤਾ। ਅੱਜ ਵੀ ਜਦੋਂ ਵੀ ਅਸੀਂ ਕਿਤੇ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਕੀ ਕਹਿੰਦੇ ਆ? ਸੱਜਣ ਕੌਣ ਸੀ ਜੀ? ਠੱਗ ਸੀਗਾ। ਗੁਰੂ ਨਾਨਕ ਜੀ ਨੇ ਉਸ ਨੂੰ ਸੰਤ ਬਣਾਤਾ, ਉਹਨੂੰ ਬਖਸ਼ ਦਿੱਤਾ, ਲੇਕਿਨ ਸਮਾਜ ਨੇ ਅਜੇ ਤੱਕ ਵੀ ਉਸ ਨੂੰ ਨਹੀਂ ਬਖਸ਼ਿਆਗਾ। ਇਹਦੇ ਵੱਲ ਤਾਂ ਇਹ ਹੈ ਵੀ ਜੇ ਸੱਜਣ ਨਹੀਂ ਬਖਸ਼ਿਆ ਗਿਆ ਤੇ ਅਸੀਂ ਤੁਸੀਂ ਤਾਂ ਹੈ ਹੀ ਕੌਣ? ਦੁਨੀਆ ਦੇ ਅੰਦਰ ਕਿੰਨੇ ਚੰਗੇ ਕਰਮ ਕਰ ਲੋ, ਦੁਨੀਆ 'ਚ ਤੁਸੀਂ ਹਜ਼ਾਰਾਂ ਅੱਛੇ ਕੰਮ ਕਰੋ, ਅਗਰ ਇੱਕ ਮਾੜਾ ਹੋ ਗਿਆ ਤੁਹਾਡਾ ਉਹ ਯਾਦ ਰਹੇਗਾ ਬਸ। ਸੱਜਣ ਨੂੰ ਮਾਫ ਨਹੀਂ ਕੀਤਾ। ਅੱਜ ਵੀ ਲੋਕ ਜਦੋਂ ਗੱਲ ਕਰਦੇ ਤੇ ਪਹਿਲਾਂ ਸੱਜਣ ਠੱਗ ਹੀ ਆਖਦੇ ਨੇ, ਸੱਜਣ ਸੰਤ ਕੋਈ ਨਹੀਂ ਆਖਦਾ। ਉਹ ਸੰਤ ਬਣ ਗਏ। ਮਹਾਰਾਜ ਕਹਿੰਦੇ ਨੇ ਅਜਾਮਲ ਉਦਰਿਆ ਕਹਿ ਏਕ ਬਾਰ, ਬਾਲਮੀਕੇ ਹੋਵਾ ਸਾਧ ਸੰਗ। ਸਾਧੂਆਂ ਦਾ ਸੰਗ ਕੀਤਾ ਬਾਲਮੀਕ ਨੇ। ਸਾਧੂਆਂ ਨੇ ਕਿਹਾ ਜਿਹੜੀ ਚੋਰੀ ਕਰਨਾ ਹੈ ਕਿ ਇਹਦੇ ਪਾਪਾਂ ਦੇ ਭਾਗੀ ਤੇਰਾ ਪਰਿਵਾਰ ਵੀ ਬਣੇਗਾ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੁਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਕਬੀਰ ਸਾਹਿਬ ਕਹਿੰਦੇ ਜਿਹੜਾ ਧਨ ਕਮਾਉਨੇ ਆ ਧੀਆਂ ਪੁੱਤਰਾਂ ਲਈ, ਯਾਦ ਰੱਖਣਾ ਆਖਰੀ ਵਾਲੀ ਤੇਰੇ ਕਿਸੇ ਨੇ ਸਾਥ ਨਹੀਂ ਦੇਣਾ। जिस दिन मौत की गाड़ी में सोना होगा, ना कोई तकिया और ना बिछाना होगा। साथ होंगी दुनिया की यादें और एक शमशान का कोना होगा। आज हम हैं, कल हमारी यादें होंगी, जब हम ना होंगे तब हमारी बातें होंगी। क्या भरोसा है जिंदगी का, इंसान बुलबुला है पानी का। क्या भरोसा है जिंदगी का, इंसान बुलबुला है पानी का। जी रहे हैं कपड़े बदल बदल कर, एक दिन आएगा घर वाले ले जाएंगे कंधे बदल बदल कर। वो समा आएगा फिर उदों कंधे ही बदले जाएंगे। कबीर साहब कहते हैं ਜਿਹੜੇ ਧਨ ਦਾ ਹੰਕਾਰ ਮਾਨ ਕਰਦਾ, ਜਿਨ੍ਹਾਂ ਲਈ ਕਮਾਨੇ ਉਹਨਾਂ ਨੇ ਸਾਥ ਕਿਸੇ ਨੇ ਨਹੀਂ ਦੇਣਾ ਸਾਡਾ ਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਤਿਲੰਗ ਰਾਗ ਦਾ ਪਹਿਲਾ ਸ਼ਬਦ ਹੈ, यक अर्ज गुफ्तम पेश तो दर गोश कुन करतार, हक्का कबीर करीम तू बेऐब परवरदिगार। दुनिया मकामे फानी तहकीक दिलदानी, मामसर मुए अजराइल गिरफ्त दिल हेच निदानी। जन पिसर पदर बिरादरा कसनेस दस्तमगीर। अंत समय इस्त्री पुत्र भरा, पिता किसे ने साथ तेरा नहीं देना। इत्थे जन है, जन का अर्थ है इस्त्री, जन का अर्थ दास है, ਜਨ ਦਾ ਅਰਥ ਇਸਤਰੀ ਹੈ। ਥੋੜੇ ਅਲੱਗ ਅਲੱਗ ਅੰਤਰ ਹਨ। ਜਿਨ ਨਾਨਕ ਸਤਿਗੁਰ ਪੂਜਿਆ, ਉੱਥੇ ਜਿਨ ਹੈ, ਜਿਨ੍ਹਾਂ ਨੇ। ਤੇ ਜੇ ਉਹਨੂੰ ਹੋਰ ਘਰੋੜ ਕੇ ਪੜ੍ਹ ਦਾਂਗੇ ਜਿਨ, ਤੇ ਉਹ ਜਿਨ ਭੂਤ ਬਣ ਜਾਏਗਾ। ਬਸ ਅੰਤਰ ਹੈ ਸ਼ਬਦਾਂ ਦਾ। ਮਹਾਰਾਜ ਕਹਿੰਦੇ ਨੇ ਜਨ ਪਿਸਰ ਪਦਰ ਬਿਰਾਦਰਾ ਕਸਨੇਸ ਦਸਮਗੀਰ। ਆਖਰ ਸਮੇਂ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਜਿਨ੍ਹਾਂ ਲਈ ਧਨ ਕਮਾਉਨੇ ਆ, ਜਿਨ੍ਹਾਂ ਲਈ ਸਭ ਕੁਝ ਕਰਦੇ ਆ, ਉਹ ਫਿਰ ਨਾਲ ਕੋਈ ਨਹੀਂ ਜਾਣਾਗਾ। ਸਭ ਇੱਥੇ ਹੀ ਰਹਿ ਜਾਣਾ ਹੈ। ਨਾਲ ਕੀ ਜਾਣਾ ਹੈ? ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਮੈਂ ਪਹਿਲਾਂ ਵੀ ਬੇਨਤੀ ਕੀ ਸੀ, ਦੁਨੀਆ 'ਚ ਐਸਾ ਕਿਹੜਾ ਬੰਦਾ ਜਿਹਨੂੰ ਨਹੀਂ ਪਤਾ ਕਿ ਨਾਮ ਨਹੀਂ ਜਪਣਾ ਚਾਹੀਦਾ। 400 ਸੰਗਤ ਤੁਹਾਡੀ ਡੇਲੀ ਘਰ ਵਿੱਚ ਸੁਣ ਰਹੀ ਹੈ, ਜਿਨ੍ਹਾਂ ਦੇ ਘਰ ਗੁਰਦੁਆਰੇ ਦੇ ਨਾਲ ਨੇ। 5 ਘੰਟੇ ਦਿਨ ਵਿੱਚ ਬੰਦਾ ਮੋਬਾਈਲ ਨੂੰ ਦੇ ਸਕਦਾ, ਲੇਕਿਨ 20 ਮਿੰਟ ਗੁਰਦੁਆਰਾ ਸਾਹਿਬ ਨੂੰ ਬੋਲੋ ਜੀ ਨਹੀਂ ਦੇ ਸਕਦਾਗਾ। ਆਖੋ ਸਤਨਾਮ ਸ੍ਰੀ। ਮੈਸੇਜ ਆਵੇ ਤੁਰੰਤ ਚੈੱਕ ਕਰਦਾ ਹੈ। ਦਿਨ ਵਿੱਚ 4 ਘੰਟੇ 2 ਘੰਟੇ ਹਰ ਬੰਦਾ, 10 ਸਾਲ ਦਾ ਬੱਚਾ ਲੈ ਕੇ 90 ਸਾਲ ਦਾ ਬਜ਼ੁਰਗ ਤੱਕ 2 ਤੋਂ 3 ਘੰਟੇ ਮੋਬਾਈਲ ਨੂੰ ਜ਼ਰੂਰ ਦੇ ਰਿਹਾ ਹੈ। ਜੇ ਗਲਤ ਹੋਵਾਂ ਤੇ ਕਹਿ ਦੇਣਾ, ਲੇਕਿਨ 20 ਮਿੰਟ ਗੁਰਦੁਆਰੇ ਲਈ ਸਮਾਂ ਨਹੀਂ ਹੋ ਸਕਦਾਗਾ। ਅੱਜ ਕੱਲ ਤਾਂ
टीवी ਦੇ ਵਿੱਚ ਸਾਰੇ ਪ੍ਰੋਗਰਾਮ ਹੀ ਆ ਰਹੇ ਨੇ, ਬੜੀ ਅੱਛੀ ਗੱਲ ਹੈ, ਮੁਬਾਰਕ ਹੈ। ਮੈਂ ਫਿਰ ਬੇਨਤੀ ਕੀਤੀ ਵੀ ਤੁਸੀਂ ਜਿਹੜੇ ਸੁਣ ਰਹੇ ਹੋ ਬੜੀ ਅੱਛੀ ਗੱਲ ਹੈ, ਲੇਕਿਨ ਘੱਟੋ ਘੱਟ ਤੁਸੀਂ 20 ਮਿੰਟ ਕੱਢ ਕੇ ਕਥਾ ਕੀਰਤਨ ਗੁਰਦੁਆਰੇ ਜ਼ਰੂਰ ਆਇਆ ਕਰੋ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਵਾਲਮੀਕੈ ਹੋਆ ਸਾਧ ਸੰਗ, ਸਾਧੂਆਂ ਦਾ ਸੰਗਤ, ਸਾਧੂਆਂ ਦੀ ਸੰਗਤ ਕੀਤੀ। ਉਹਨੇ ਕਿਹਾ ਜਿਹੜਾ ਧਨ ਤੂੰ ਕਮਾਉਣਾ ਹੈ, ਚੋਰੀ ਕਰਦਾ, ਕਿ ਤੇਰੇ ਪਾਪਾਂ ਦੇ ਭਾਗੀ ਮਾਂ ਬਾਪ ਭੈਣ ਭਰਾ ਧੀਆਂ ਪੁੱਤਰ ਸਭ ਬਣਨਗੇ? ਉਹ ਕਹਿੰਦਾ ਤੁਸੀਂ ਤਾਂ ਮੈਨੂੰ ਭਰਮਾ ਰਹੇ ਹੋ। ਕਹਿੰਦੇ ਠੀਕ ਹੈ, ਜੇ ਤੈਨੂੰ ਯਕੀਨ ਨਹੀਂ ਹੈ ਸਾਡੇ ਹੱਥ ਪੈਰ ਬੰਨ ਜਾ, ਘਰ ਜਾ ਕੇ ਪੁੱਛਿਆ। ਮੈਂ ਕਿਹਾ ਵੀ ਸਾਧੂ ਸ਼ਾਇਦ ਸੱਚੀ ਗੱਲ ਕਰ ਰਹੇ ਹੋਏ। ਜਾ ਕੇ ਮਾਂ ਨੂੰ ਪੁੱਛਦਾ, ਮਾਂ ਜਿਹੜਾ ਮੈਂ ਧਨ ਚੋਰੀ ਕਰਕੇ ਲਿਆਉਣਾ, ਜਦੋਂ ਰੱਬ ਦੀ ਦਰਗਾਹ 'ਚ ਲੇਖਾ ਹੋਣਾ ਕਿ ਮੇਰਾ ਸਾਥ ਦੇਂਗੀ? ਉਹ ਕਹਿੰਦੀ ਪੁੱਤਰ ਮੇਰਾ ਕਰਮ ਹੈ ਜਨਮ ਦੇਣਾ, ਤੈਨੂੰ ਜਨਮ ਦਿੱਤਾ ਹੈ, ਕਰਮ ਤੂੰ ਆਪਣੇ ਕਰਨੇ ਹਨ। ਮਾਂ ਬਾਪ ਜਨਮ ਦੇ ਸਕਦਾ, ਮਾਂ ਬਾਪ ਬੱਚੇ ਨੂੰ ਕਰਮ ਨਹੀਂ ਦੇ ਸਕਦਾਗਾ। ਕਰਮ ਖੁਦ ਕਮਾਣੇ ਪੈਂਦੇ ਨੇ। ਘਰਵਾਲੀ ਨੂੰ ਪੁੱਛਿਆ ਇਹੀ ਜਵਾਬ, ਪੁੱਤਰਾਂ ਧੀਆਂ ਨੂੰ ਪੁੱਛਿਆ ਇਹੀ ਜਵਾਬ ਹੈ। ਆ ਕੇ ਭਗਤਾਂ ਦੇ ਚਰਨਾਂ 'ਚ ਡਿੱਗਿਆ, ਕਹਿਣ ਲੱਗਾ ਜੀ ਕਿਸੇ ਨੇ ਸਾਥ ਨਹੀਂ ਦੇਣਾ। ਉਹਨਾਂ ਨੇ ਕਿਹਾ ਤੂੰ ਪਾਪ ਇੰਨੇ ਕੀਤੇ ਨੇ, ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਤੂੰ ਹੁਣ ਰਾਮ ਰਾਮ ਨਹੀਂ ਕਹਿ ਸਕਦਾ, ਤੂੰ ਮਰਾ ਮਰਾ ਜਪਿਆ ਕਰ। ਜੇ ਜਿੱਦਨ ਮਰਾ ਤੋਂ ਰਾਮ ਹੋ ਗਿਆ ਉਦਨ ਸਮਝੀ ਤੂੰ ਪ੍ਰਵਾਨ ਹੋ ਜਾਏਗਾ। ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਵਾਲਮੀਕੈ ਹੋਵਾ ਸਾਧ ਸੰਗ। ਵਾਲਮੀਕ ਨੇ ਸਾਧੂਆਂ ਦੀ ਸੰਗਤ ਕੀਤੀ, ਉਹ ਤਰ ਗਿਆ। ਮੇਰੇ ਮਨ ਤੂੰ ਕਿਉਂ ਨਹੀਂ ਤਰ ਸਕਦਾ? ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨ ਤਰੇ, ਤਾਰੀ ਲੈ ਗਨਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀਅਲੇ। ਰਾਵਣ ਦੀ ਘਰਵਾਲੀ ਨੇ ਰਾਵਣ ਨੂੰ ਆਖਿਆ ਹੈ ਕਿ ਸੁਆਮੀ ਮੈਂ ਸੁਣਿਆ ਹੈ ਕਿ ਸ਼੍ਰੀ ਰਾਮਚੰਦਰ ਜੀ ਨੇ ਪੱਥਰ ਤਾਰ ਦਿੱਤੇ ਨੇ ਪਾਣੀ ਦੇ ਅੰਦਰ। ਉਹ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ, ਪੱਥਰ ਮੈਂ ਤਾਰ ਦੇਵਾਂਗਾ। ਮੈਂ ਬੇਨਤੀ ਕਰਾਂ, ਇੱਕ ਪੱਥਰ ਇਦਾਂ ਦੇ ਨੇ ਜਿਹੜੇ ਪਾਣੀ 'ਚ ਤੈਰਦੇ ਨੇ। ਤੁਸੀਂ ਕਦੇ ਪੰਚਮੜੀ ਜਾਂ ਜਿੱਥੇ ਹਿੱਲ ਸਟੇਸ਼ਨ ਨੇ ਉੱਥੇ ਜਾ ਕੇ ਦੇਖਿਓ, ਵਾਈਟ ਕਲਰ ਦੇ ਪੱਥਰ ਹੁੰਦੇ ਨੇ, ਪਾਣੀ 'ਚ ਰੱਖੋ ਤਰਨ ਲੱਗ ਜਾਂਦੇ ਨੇ। ਉਹ ਪੱਥਰ ਹੀ ਇਦਾਂ ਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਰਾਵਣ ਦੀ ਘਰਵਾਲੀ ਰਾਵਣ ਨੂੰ ਕਹਿੰਦੀ ਹੈ ਮੈਂ ਸੁਣਿਆ ਸਵਾਮੀ ਸ਼੍ਰੀ ਰਾਮਚੰਦਰ ਨੇ ਪੱਥਰ ਤਾਰ ਦਿੱਤੇ ਨੇ। ਉਹ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ, ਮੈਂ ਤਾਰ ਦਾਂਗਾ। ਘਰਵਾਲੀ ਨੂੰ ਲੈ ਗਿਆ, ਪੱਥਰ ਫੜਿਆ, ਪਾਣੀ 'ਚ ਸੁੱਟਿਆ, ਪੱਥਰ ਤਰਨ ਲੱਗ ਗਿਆ। ਘਰ ਆ ਗਏ। ਰਾਵਣ ਦੀ ਪਤਨੀ ਰਾਵਣ ਨੂੰ ਕਹਿੰਦੀ ਹੈ ਸਵਾਮੀ ਮੈਂ ਅੱਖਾਂ ਨਾਲ ਵੇਖਿਆ ਪਰ ਮੇਰਾ ਮਨ ਨਹੀਂ ਮੰਨਦਾਗਾ ਕਿ ਤੁਸੀਂ ਪੱਥਰ ਤਾਰਿਆ ਹੋਵੇ। ਉਹ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ, ਅਗਰ ਤੁਸੀਂ ਇਨਸਾਫ ਦੀ ਗੱਲ ਕਰੋ ਰਾਵਣ ਦੀ, ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਇਨਸਾਫ ਕੀਤਾ, ਹੋਰ ਕਿਸੇ ਗ੍ਰੰਥ ਨੇ ਰਾਵਣ ਨਾਲ ਇਨਸਾਫ ਨਹੀਂ ਕੀਤਾਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਨਸਾਫ ਕੀਤਾ ਰਾਵਣ ਦੇ ਨਾਲ। ਕਹਿੰਦੇ ਰਾਵਣ ਨੇ ਆਪਣੀ ਘਰਵਾਲੀ ਨੂੰ ਕਿਹਾ ਤੇਰੀਆਂ ਅੱਖਾਂ ਦੇ ਸਾਹਮਣੇ ਪੱਥਰ ਸੱਟਿਆ, ਪੱਥਰ ਤਰਨ ਲੱਗ ਗਿਆ। ਕਹਿੰਦੀ ਸਵਾਮੀ ਮੈਂ ਦੇਖ ਲਿਆ, ਪਰ ਸੱਚ ਜਾਣਿਓ ਮੇਰਾ ਦਿਲ ਨਹੀਂ ਮੰਨਦਾ, ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਿਆ, ਮੈਨੂੰ ਸੱਚ ਦੱਸਿਓ ਪੱਥਰ ਕਿੱਦਾਂ ਤਾਰਿਆ। ਤੇ ਰਾਵਣ ਕਹਿੰਦਾ ਜਦੋਂ ਮੈਂ ਪੱਥਰ ਨੂੰ ਪਾਣੀ 'ਚ ਸੁੱਟਣ ਲੱਗਾ, ਮੈਂ ਪੱਥਰ ਨੂੰ ਕਿਹਾ ਇਹ ਪੱਥਰ ਤੈਨੂੰ ਤੇਰੇ ਰਾਮ ਦੀ ਕਸਮ ਲੱਗੇ ਜੇ ਤੂੰ ਪਾਣੀ 'ਚ ਨਾ ਤਰੇ। ਉਹ ਰਾਮ ਜਿਸ ਨੇ ਦੁਨੀਆ ਨੂੰ ਪੈਦਾ ਕੀਤਾ ਹੈ, ਉਹ ਰਾਮ ਜਿਹੜਾ ਸਭ ਹੈ ਘੱਟ ਰਾਮ ਬੋਲੇ, ਉਸ ਰਾਮ ਦੀ ਗੱਲ ਕਰ ਰਿਹਾ। ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ। ਮਨੁੱਖ ਕਿਉਂ ਨਹੀਂ ਤਰ ਸਕਦਾਗਾ? ਤਰ ਸਕਦਾ ਜੇ ਅਸੀਂ ਸਮਾਂ ਕੱਢੀਏ। ਪਾਪ ਇੰਨੇ ਹੋ ਜਾਂਦੇ ਨੇ ਜੀਵਨ ਦੇ ਅੰਦਰ, ਵਾਲਮੀਕ ਨੇ ਇੰਨੇ ਕਰ ਲਏ, ਫਿਰ ਕਹਿੰਦੇ ਤੂੰ ਰਾਮ ਰਾਮ ਨਹੀਂ, ਹੁਣ ਮਰਾ ਮਰਾ ਜਪ। ਸਤਿਗੁਰ ਮਹਾਰਾਜ ਕਹਿੰਦੇ ਨੇ ਅਨਕਾਏ ਰਾਤੜਿਆਂ ਬਾਟ ਦੁਹੇਲੀ ਰਾਮ, ਪਾਪ ਕਮਾਵੰਦਿਆਂ ਤੇਰਾ ਹੋਏ ਨਾ ਬੇਲੀ ਰਾਮ। ਹੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇਦੇ ਆਵੇ। ਜੇ ਅੱਜ ਨਹੀਂ ਜਪਿਆ ਤੇ ਫਿਰ ਇਹ ਜਵਾਨ ਨੂੰ, ਇਹ ਰਸਨਾ ਨੂੰ ਮੁੜ ਕੇ ਸਮਾਂ ਨਹੀਂ ਮਿਲਣਾ। ਤਰਵਰ ਵਿਸ਼ੁੰਨੇ ਨੇ ਪਾਤ ਜੁੜਤੇ, ਕਹਿੰਦੇ ਦਰਖਤ ਨਾਲੋਂ ਪੱਤੇ ਟੁੱਟ ਜਾਂਦੇ ਨੇ, ਡਾਲੀ ਨਾਲੋਂ, ਫਿਰ ਉਹ ਦੁਬਾਰਾ ਕਦੇ ਨਹੀਂ ਲੱਗਿਆ ਕਰਦੇ। ਇਸੇ ਤਰ੍ਹਾਂ ਇਹ ਮਨੁੱਖਾ ਜੀਵਨ ਹੈ, ਇੱਕ ਵਾਰ ਮਿਲਦਾ, ਵਾਰ-ਵਾਰ ਨਹੀਂ ਮਿਲਦਾਗਾ।
पावत रलियां जोवन बलियां नाम बिना माटी संग रलियां। जेड़ा नाम नू भुल गया। कान कुंडलियां वस्त्र उडलिया सेज सुखलिया मन गुर बलिया। मनुख जवानी दे नशे विच कन्नां च मुंदरियां पा के रखदा है, अपने आप नू सोहना बना के रखदा। बड़ी अच्छी गल है, सोहने कपड़े पा के गुरुद्वारा साहब आने चाहिए ने। दिता किस दा? सानू गुरु दा दिता खाने। ब्याह शादियां तां नवें पा के जाने और गुरुद्वारे पुराने पा के आने। आखो सतनाम श्री। असी बादशाह दरवेश गुर गोबिंद सिंह दे बच्चे आ, जिन्हां दे मत्थे ते 1.25 लाख दी कलगी लगदी सी। ये अज ओहदा जिक्र करांगे आपां कलगी दा। प्यार नाल आखो सतनाम श्री। कान कुंडलियां बस्तर उडलिया सेज सुखलिया मन गुर बलिया। तले कुंचरियां सिर कनक छतरियां हर रस बिन सब स्वाद फिकरियां। अज जिहड़ियां मुंदरियां ना सोने दियां, ਉਹ ਸਰਦਾਰਾਂ ਦੇ ਮੁੰਡਿਆਂ ਨੇ ਵੀ ਕੰਨਾਂ 'ਚ ਪਾਈਆਂ ਹੋਈਆਂ ਨੇ। ਪੱਗ ਦੇ ਵਿੱਚੋਂ ਮੁੰਦਰੀ ਬਾਹਰ ਕੱਢੇ ਹੋਏਗੀ ਵੀ ਮੇਰੀ ਮੁੰਦਰੀ ਵੇਖ ਲਓ। ਕਿਸੇ ਸਮੇਂ ਇਹ ਮੁੰਦਰੀ ਗੁਲਾਮੀ ਦੀ ਨਿਸ਼ਾਨੀ ਸੀ, ਅੱਜ ਇਹ ਸਿਰਫ ਫੈਸ਼ਨ ਹੈ। ਤੇ ਸਿੱਖਾਂ ਦੇ ਬੱਚਿਆਂ ਨੂੰ ਜਿਹੜੇ ਦਸਤਾਰ ਬੰਨਣ ਵਾਲੇ, ਉਹਨਾਂ ਨੂੰ ਇਹ ਕੁੰਡਲੀਆਂ ਨਹੀਂ ਪਾਣੀਆਂ ਚਾਹੀਦੀਆਂ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਮਹਾਰਾਜ ਕਹਿੰਦੇ ਜਵਾਨੀ ਦੇ ਨਸ਼ੇ ਦੇ ਵਿੱਚ ਇੰਨਾ ਮਨੁੱਖ सोचता भी मैं मुंदरियां पा लवां, मैं सब कुछ कर ला, सब हो जावे। पर एक गल याद रखना, हर रस बिन सब स्वाद फिक्रियां। हरि दे नाम दे रस तो बिना ये जिन्ने भी दुनिया के पदार्थां दे स्वाद ने सारे फिक्के हैं। सतगुरु गुरु अर्जन साहब महाराज जी रहाओ दे बंद विच फरमान कर रहे ने, साधु संग भजो गोपाल। हे भाई, गुरु की संगत विच बैठ के परमात्मा का नाम जपना ही यही भागां वाला समा गिणिया जाता है। आन संजम किछ ना सूझै, अनेका जतन कीते जिंदगी दे अंदर काम नहीं आउंदेगे। ये जतन काट कल काल। कह लगे समा कट्टिया जांदा, दुख कट्टे जांदे ने। जिहड़ा समा गुरु की संगत विच बैठ के नाम जपिया जाए, उही समा सुहावना बन जाता है। सोई घड़ी सुलखणी, वो घड़ी सुलखणी है, भागां वाली है। जिस घड़ी दे विच, जिस संगत विच बैठ के रब दा नाम जपिया जावे। पहले बंद विच महाराज फरमान कर रहे ने, दीन दर्द निवार ठाकुर राखै जन की आप। दीन दे दो अर्थ ने, दीन मैने गरीब, दीन मैने धर्म। सूरा सो पहचानिया जो लड़ै दीन के हेत। उथे धर्म दे लई लड़न वाली गल है, इथे अर्थ है गरीब। ये वाहिगुरु तू गरीबां दा निमाणियां दा आसरा है। निमाणियां दे मान नी ताणियां दे ताण नी ओटियां दी ओट। कहंदे निमाणियां दे मान है वाहिगुरु परमात्मा, तू निआसरियां दा आसरा है। ये गरीबां दे दर्द वंड, गरीबां दे हमदर्द वाहिगुरु परमात्मा, तू सारियां दे दुखां नू हर लेना है। ये ठाकुर राखै जन की आप। ये वाहिगुरु तू अपने सेवकां दी आप रखदा है। भगतां दी सदा तू रखदा हर जीओ। अपने सेवकां दी वाहिगुरु तू आप लाज रखदा है। आद अंत दयाल पूरन। कहंदे परमात्मा जिहड़ा है वो आद है, अंत है, सदा दयावान है। भगतां दी सदा रखदा है। ओही तरन तारन वाला है। उसके नाम तो बिना कोई दुनिया ते नहीं तर सकेगा। मैं बेनती करी सी, उन्हें पूछा ना रावण की घरवाली ने भी किदां तर गए? कहंदा रब दा नाम लिया तर जांदे हन। तरन तारन हर निध, निध मैंने खजाना है। जो परमात्मा आद है, अंत विच है, वही सदीवी खजाना स्थिर रहन वाला है। नाम रहो साधु रहो। तरन तारन हर निध दुख ना सकै व्याप। ਜਿਹੜਾ परमात्मा ਦੇ नाम रूपी खजाने ਨੂੰ प्राप्त कर ਲੈਂਦਾ है, उसके जीवन ਵਿੱਚ कदे दुख नहीं व्यापते। परमेश्वर दिता पन्ना दुख, रोग का डेरा पन्ना। दुख खत्म हो जाते ने। दुख दारू सुख रोग पिया। ये दुख खत्म कर दिते। जदों दुख आउंदा मनुख रब नूं याद करदा है। जदों सुख मिल जाते ने फिर रब नूं कई बार भुल जाने असीं। वही सुख फिर रोग का कारण बन जाते हैं। जीवन के अंदर सब तो वड्डा सुख है देह अरोगता, तंदरुस्ती।
ਜੇ ਤੰਦਰੁਸਤੀ ਹੈ, ਦੇਹ ਅਰੋਗਤਾ ਹੈ, ਤਾਂ ਅਸੀਂ ਸੰਗਤ 'ਚ ਬੈਠ ਸਕਦੇ ਹਾਂ, ਨਾਮ ਜਪ ਸਕਦੇ ਹਾਂ। ਜੇ ਦੇਹ ਅਰੋਗਤਾ ਨਹੀਂ ਹੈ, ਤੰਦਰੁਸਤੀ ਨਹੀਂ ਹੈ, ਤੇ ਮਨੁੱਖ ਬੈਠ ਨਹੀਂ ਸਕਦਾ, ਉੱਠ ਨਹੀਂ ਸਕਦਾ, ਖਾ ਨਹੀਂ ਸਕਦਾ, ਪੀ ਨਹੀਂ ਸਕਦਾ। ਇਹ ਵਾਹਿਗੁਰੂ ਕਿਰਪਾ ਕਰ, ਆਪ ਤਰਨ ਤਾਰਨ ਹਾਰ ਹੋ, ਖਜ਼ਾਨਾ ਹੋ, ਤੇ ਜਿੰਨੇ ਵੀ ਦੁੱਖ ਸਭ ਕੱਟ ਦਿੰਦੇ ਹੋ। ਤੁਸੀਂ ਆਦ ਹੋ, ਅੰਤ ਹੋ, ਦਇਆਵਾਨ ਹੋ। ਆਦ ਅੰਤ ਦਿਆਲ ਪੂਰਨ, ਇਸ ਬਿਨਾ ਨਹੀਂ ਕੋਏ। हे ਵਾਹਿਗੁਰੂ, ਆਪ ਜੀ ਤੋਂ ਬਿਨਾ ਹੋਰ ਕੋਈ ਨਹੀਂ ਹੈ। ਇਸ ਦੁਨੀਆ ਦੇ ਅੰਦਰ ਹੋਰ ਕੋਈ ਦੂਸਰਾ ਵਿਖਿਆ ਹੀ ਨਹੀਂਗਾ, ਔਰ ਹੋ ਵੀ ਨਹੀਂ ਸਕਦਾਗਾ। ਪਰਮਾਤਮਾ ਤੋਂ ਬਿਨਾ ਹੋ ਨਹੀਂ ਸਕਦਾ, ਉਸਨੂੰ ਕੋਈ ਬਣਾ ਨਹੀਂ ਸਕਦਾ, ਕੋਈ ਪੈਦਾ ਨਹੀਂ ਕਰ ਸਕਦਾਗਾ। ਆਦ ਹੈ, ਮੱਧ ਹੈ, ਪੂਰਨ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦ। ਉਹ ਸਵੈਮ ਬਣਿਆ ਹੈ, ਉਹ ਆਦਿ ਵੀ ਹੈ, ਅੰਤ ਵੀ ਹੈ, ਸਥਿਰ ਰਹਿਣ ਵਾਲਾ ਹੈ, ਉਹ ਦਇਆਵਾਨ ਹੈ, ਪਰਿਪੂਰਨ ਹੈ, ਔਰ ਉਸ ਤੋਂ ਬਿਨਾ ਹੋਰ ਕੋਈ ਨਹੀਂ। ਮਹਾਰਾਜ ਕਹਿੰਦੇ ਹਨ ਗੁਰੂ ਅਰਜਨ ਸਾਹਿਬ ਜੀ, ਆਦ ਅੰਤ ਦਿਆਲ ਪੂਰਨ, ਇਸ ਬਿਨਾ ਨਹੀਂ ਕੋਈ। ਵਾਹਿਗੁਰੂ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਪਰਮਾਤਮਾ ਦਾ ਨਾਮ ਜਪਦਿਆਂ ਹੀ ਜਨਮ ਅਤੇ ਮਰਨ ਖਤਮ ਹੋ ਜਾਂਦਾ ਹੈ। ਜਨਮ ਮਰਨ ਵੱਡਾ ਵਿਛੋੜਾ। ਜ਼ਿੰਦਗੀ ਦੇ ਅੰਦਰ ਵੱਡੇ ਦੁੱਖ ਹਨ। ਕਿਹੜਾ? ਜਨਮ ਹੈ ਤੇ ਮਰਨ ਹੈ। ਜਨਮੰਗ ਤਾਂ ਮਰਨੰਗ, ਸ਼ਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ। ਜੇ ਜਨਮ ਹੈ ਤਾਂ ਮਰਨ ਹੈ। ਮਹਾਰਾਜ ਕਹਿੰਦੇ ਨੇ ਖੁਸ਼ੀ ਹੈ ਤੇ ਗਮ ਹੈ। ਜੇ ਖੁਸ਼ੀ ਮਿਲੇਗੀ ਤੇ ਦੁੱਖ ਵੀ ਹੋਏਗਾ। ਜੇ ਭੋਗ ਹੈ, ਖਾਣ ਦੇ ਪਦਾਰਥ ਹਨ, ਤੇ ਰੋਗ ਵੀ ਲੱਗਣਗੇ ਸਾਨੂੰ। ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ, ਊਚੰਗ ਤਾਂ ਨੀਚੰਗ, ਨਾਨਾ ਸੋ ਮੂਚੰਗ, ਪਰਵਿਰਤ ਮਾਰਗੰਗ ਬਿਰਤੰਤ ਵਿਨਾਸ਼ਨੰ। ਇਸ ਪਰਵਿਰਤੀ ਮਾਰਗ ਤੇ ਚੱਲਿਆ ਹੋਇਆ ਮੌਤ ਅਵਸ਼ ਹੈ, ਹਰ ਬੰਦੇ ਨੂੰ ਆਉਣੀ ਹੈ। ਇਹ ਨਹੀਂ ਕਿ ਕੋਈ ਦੁਨੀਆ 'ਚ ਬਚ ਸਕਦਾ ਹੈ। ਜਨਮ ਮਰਨ ਨਿਵਾਰ। ਮਹਾਰਾਜ ਕਹਿੰਦੇ ਜੇ ਜਨਮ ਤੇ ਮਰਨ ਨੂੰ ਖਤਮ ਕਰਨਾ ਹੈ, ਫਿਰ ਕੀ ਕਰਨਾ ਪਏਗਾ? ਹਰ ਜਪ, ਹਰੀ ਦਾ ਨਾਮ ਜਪ, ਸਿਮਰ ਸੁਆਮੀ ਸੋਏ। ਜੋ ਸੁਆਮੀ ਮਾਲਕ ਸਥਿਰ ਰਹਿਣ ਵਾਲਾ ਹੈ, ਤੂੰ ਉਸ ਦਾ ਸਿਮਰਨ ਕਰ। ਫਿਰ ਜਦੋਂ ਜਨਮ ਹੀ ਕੱਟਿਆ ਗਿਆ, ਉਹਦਾ ਫਿਰ ਮਰਨ ਨਹੀਂ ਹੋਣਾ। ਜਦੋਂ ਜਨਮਣਾ ਹੀ ਨਹੀਂ ਹੈ, ਮਰਨਾ ਹੀ ਨਹੀਂ ਹੈ, ਤੇ ਜਨਮ ਮਰਨ ਵੱਡਾ ਵਿਛੋੜਾ ਇਹੀ ਹੈ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਭਇਆ ਦੇਸ਼ ਲ। ਮਨੁੱਖ ਜਨਮਦਾ ਹੈ, ਮਰਦਾ ਹੈ, ਮਰਦਾ ਹੈ, ਜਨਮਦਾ ਹੈ। ਸਤਿਗੁਰ ਮਹਾਰਾਜ ਕਹਿੰਦੇ ਮੁੱਕ ਜਾਏਗਾ ਕਦੋਂ? ਜਦੋਂ ਤੂੰ ਵਾਹਿਗੁਰੂ ਦਾ ਸਿਮਰਨ ਕਰੇ। ਇਹ ਖੇਡ ਹੁੰਦੀ ਹੈ ਜੀਵਨ, ਰੋਜ਼ ਨਹੀਂ ਬਣਦੀ, ਕਦੇ ਕਦੇ ਬਣਦੀ। ਆਖੋ ਸਤਨਾਮ ਸ੍ਰੀ। ਜਿਹੜੇ ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ ਨਾ, ਉਹਨਾਂ ਦੇ ਜੀਵਨ ਦੀ ਖੇਡ ਹੀ ਵੱਖਰੀ ਹੁੰਦੀ। ਉੱਥੇ ਫਿਰ ਆ ਫੋਨਾਂ ਤੇ ਵੀਡੀਓ ਕਾਲਾਂ ਦੀ ਲੋੜ ਨਹੀਂ ਰਹਿ ਜਾਂਦੀ, ਜ਼ਰੂਰਤ ਨਹੀਂ ਰਹਿ ਜਾਂਦੀ। ਉੱਥੇ ਅੱਖੀਂ ਬਾਝੋਂ ਵੇਖਣਾ ਬਿਨ ਕੰਨਾ ਸੁਣਨਾ। ਅੱਖਾਂ ਬੰਦ ਹੈ ਤਾਂ ਵੀ ਉਹ ਦੇਖ ਸਕਦਾ ਹੈ। ਜਦੋਂ ਪ੍ਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਵੇਦ ਸਿਮਰਤ ਕਥੈ ਸ਼ਾਸਤ, ਭਗਤ ਕਰੈ ਵਿਚਾਰ। ਕਹਿੰਦੇ ਜਿਹੜੇ ਭਗਤ ਜਨ ਹਨ, ਉਹ ਗ੍ਰੰਥਾਂ ਦੇ ਜਿਹੜੇ ਗਿਆਨ ਹਨ, ਉਹਨਾਂ ਦੀ ਵਿਚਾਰ ਕਰਦੇ ਹਨ, ਕਿਉਂਕਿ ਹਰ ਗ੍ਰੰਥ ਦੇ ਅੰਦਰ ਪ੍ਰਮਾਤਮਾ ਬਾਰੇ ਜ਼ਿਕਰ ਕੀਤਾ ਹੈ। ਕਬੀਰ ਸਾਹਿਬ ਜੀ ਦਾ ਪਵਿੱਤਰ ਸ਼ਬਦ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਇਸੇ ਤਰ੍ਹਾਂ ਬੇਅੰਤ ਵੇਦ ਹਨ, ਬੇਅੰਤ ਸਿਮਰਤੀਆਂ ਹਨ, ਜਿਹਦੇ ਵਿੱਚ ਪ੍ਰਮਾਤਮਾ ਦਾ ਗਿਆਨ ਭਰਿਆ ਪਿਆ ਹੈ। ਅਨੇਕਾਂ ਸ਼ਸਤਰ ਹਨ, ਪਰ ਭਗਤ ਜਨ ਕੀ ਕਰਦੇ ਨੇ? ਪ੍ਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਹਨ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਨਾਮ ਨਿਧਾਨ ਅਪਾਰ ਭਗਤਾ ਮਨ ਵਸੈ। ਕਹਿੰਦੇ ਪ੍ਰਮਾਤਮਾ ਦਾ ਨਾਮ ਜਿਹੜੇ ਭਗਤ ਜਨ ਹਨ, ਉਹਨਾਂ ਦੇ ਹਿਰਦਿਆਂ ਦੇ ਵਿੱਚ ਸਦੀਵੀ ਵਸ ਰਿਹਾ ਹੈ। ਵੇਦ ਸਿਮਰਤ ਕਥੈ ਸ਼ਾਸਤ, ਭਗਤ ਕਰੈ ਵਿਚਾਰ। ਇੱਥੇ ਸ਼ਬਦ ਵਿਚਾਰ ਹੈ, ਬੱਬੇ ਨੂੰ ਬਿਹਾਰੀ ਤੇ ਚਿੱਚੇ ਨੂੰ ਕੰਨਾ, ਚੱਚੇ ਨੂੰ ਕੰਨਾ। ਕਈ ਠੇਠ ਲਫ਼ਜ਼ ਹਨ, ਔਰ ਇਸੇ ਤਰ੍ਹਾਂ ਇਹਦਾ ਜਿਹੜਾ ਪਾਠ ਸ਼ੁੱਧ ਉਚਾਰਨ ਹੈ ਵਿਚਾਰ। ਸਤਿਗੁਰ ਮਹਾਰਾਜ ਕਹਿੰਦੇ ਭਗਤ ਜਨ ਜਿਹੜੇ ਹਨ, ਉਹ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਹਨ ਬੈਠ ਕੇ,
ਔਰ ਉਹਨਾਂ ਦੇ ਜੀਵਨ ਦਾ ਜਿਹੜਾ ਆਧਾਰ ਹੈ ਉਹ ਪ੍ਰਮਾਤਮਾ ਦਾ ਨਾਮ ਹੀ ਹੈ। ਮੁਕਤ ਪਾਈਐ ਸਾਧ ਸੰਗਤ। ਹੁਣ ਸਤਿਗੁਰੂ ਮਹਾਰਾਜ ਨੇ ਮੁਕਤੀ ਦਾ ਦਰਵਾਜ਼ਾ ਦੱਸ ਦਿੱਤਾ ਸਾਨੂੰ, ਕਿਹੜਾ ਹੈ? ਸਾਧ ਸੰਗਤ। ਮੇਰੇ ਮਾਧੋ ਜੀ ਸਤ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਜਿਹੜੇ ਸਾਧ ਸੰਗਤ ਵਿੱਚ ਜੁੜਦੇ ਹਨ, ਮੇਰਾ ਮਨ ਸਾਧ ਜਨਾ ਮਿਲ ਹਰਿਆ। ਇਹ ਭਾਈ ਮੇਰਾ ਮਨ ਹਰਾ ਭਰਾ ਹੋ ਗਿਆ। ਕਦੋਂ? ਜਦੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ। ਤੇ ਜਿਹੜੇ ਸੰਗਤ ਵਿੱਚ ਜੁੜ ਜਾਂਦੇ ਹਨ ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਆਪਾਂ ਪਿਛਲੇਰੇ ਦੀਵਾਨਾਂ ਵਿੱਚ ਵਿਚਾਰ ਕੀਤੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਹੁਤ ਸਤਿਕਾਰ ਕਰਦੇ ਸੀ ਮਹਾਰਾਜਾ ਸਾਹਿਬ। ਜਿਸ ਮਹੱਲਾਂ ਵਿੱਚ ਉਹ ਰਹਿੰਦੇ ਸੀ ਉਹਨਾਂ ਦੇ ਮਹਿਲ ਦੀ ਉੱਪਰਲੀ ਮੌਮਟੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੀਗਾ। ਸਭ ਤੋਂ ਪਹਿਲਾਂ ਉੱਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਦੇ ਸੀ। ਔਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਚੱਲਿਆ ਹੈ ਕਿ ਪਸ਼ਾਵਰ ਦੀ ਸੰਗਤ ਨੇ ਜੋ ਕਲਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕੀਤੀ ਸੀ। ਪਸ਼ਾਵਰ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਹੈ ਭਾਈ ਜੋਗਾ ਸਿੰਘ ਜੀ ਦਾ। ਇਹ ਵੀ ਸਰਦਾਰ ਹਰੀ ਸਿੰਘ ਨਲੂਆ ਨੇ ਬਣਵਾਇਆ ਸੀ ਆਪਣੇ ਪਰਸਨਲ ਖਰਚੇ ਦੇ ਵਿੱਚੋਂ। ਜਦੋਂ ਇਹ ਪਤਾ ਚੱਲਿਆ ਵੀ ਇਹ ਕਲਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਸ਼ਾਵਰ ਦੀ ਸੰਗਤ ਨੇ ਜੋ ਦਿੱਤੀ ਹੈ, ਭਾਈ ਸੰਗਤ ਸਿੰਘ ਜੀ ਦੇ ਪਰਿਵਾਰ ਵਿੱਚੋਂ ਭਾਈ ਭਾਰਾ ਸਿੰਘ ਕੋਲ ਹੈ। ਇਹ ਕਲਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਦੇ ਮਸਤਕ ਤੇ ਲਾਈ ਸੀ। ਔਰ ਉਸ ਕਲਗੀ ਦਾ ਜਿਹੜਾ ਆਕਾਰ ਹੈ ਉਹ 11 ਇੰਚ ਲੰਮਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਭਾਈ ਹਰਦਾਸ ਸਿੰਘ ਹੋਏ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਦਾਦਾ ਜੀ, ਜਿਨ੍ਹਾਂ ਨੂੰ ਇਹ ਕਲਗੀ ਸਰਹੰਦ ਵਿੱਚੋਂ ਮਿਲੀ ਸੀ। ਕਿਉਂਕਿ ਚਮਕੌਰ ਦੀ ਗੜੀ ਚੋਂ ਭਾਈ ਸੰਗਤ ਸਿੰਘ ਦਾ ਸੀਸ ਜਿਹੜਾ ਹੈ ਉਹ ਸਰਹੰਦ ਲੈ ਕੇ ਗਏ ਸੀ ਔਰ ਸਰਹੰਦ ਤੋਂ ਦਿੱਲੀ ਪਹੁੰਚਾਇਆ ਗਿਆ ਸੀ। ਦਿੱਲੀ ਦੇ ਵਿੱਚ ਜਿਹੜੇ ਵੈਦ ਹਕੀਮ ਸਨ, ਜਦੋਂ ਉਹਦਾ ਉਸ ਸਮੇਂ ਦੇ ਜਿਹੜੇ ਟੈਸਟ ਸਨ, ਕਿਸੇ ਰਾਈਟਰ ਦੀ ਲਿਖੀ ਹੋਈ ਗੱਲ ਹੈ, ਉਹ ਕਹਿੰਦੇ ਵੀ ਉਹਨਾਂ ਨੇ ਜਦੋਂ ਇਹ ਖੂਨ ਟੈਸਟ ਕੀਤਾ, ਉਹ ਸੀਸ ਦੇ ਵਿੱਚੋਂ ਖੂਨ ਲਿਆ ਗਿਆ, ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਨਹੀਂ ਹੈ। ਕਹਿੰਦੇ ਕਿਉਂ ਨਹੀਂ ਹੋ ਸਕਦਾ? ਉਹ ਕਹਿੰਦੇ ਨਹੀਂ, ਇਹ ਗੁਰੂ ਸਾਹਿਬ ਜੀ ਦਾ ਹੋ ਹੀ ਨਹੀਂ ਸਕਦਾ ਗਿਆ, ਕਿਉਂਕਿ ਇਹ ਖੂਨ ਤੋਂ ਪਤਾ ਚੱਲ ਰਿਹਾ ਹੈਗਾ। ਔਰ ਫਿਰ ਇਹ ਜਿਹੜੀ ਕਲਗੀ ਹੈ ਭਾਈ ਭਾਰਾ ਸਿੰਘ ਕੋਲ ਆਉਂਦੀ ਹੈ, ਕਿਉਂਕਿ ਉਹ ਸੰਗਤ ਸਿੰਘ ਦੇ ਪਰਿਵਾਰ ਵਿੱਚੋਂ ਹੈ। ਤੇ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਦਰਬਾਰ ਵਿੱਚ ਬੁਲਾਇਆ ਜਾਂਦਾ ਹੈ। ਸਿੱਖ ਨੂੰ ਕਿਹਾ ਜਾਂਦਾ, ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ। ਕਹਿੰਦੇ ਭਾਈ ਤੇਰੇ ਕੋਲ ਇਹ ਕਲਗੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਇਹ ਤੁਸੀਂ ਸਾਨੂੰ ਦੇ ਦਿਓ, ਇਹਦੀ ਕੀਮਤ ਬੋਲੋ ਕਿੰਨੀ ਹੈ। ਭਾਈ ਪਾਰਾ ਸਿੰਘ ਨੇ ਕਿਹਾ, ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਸਤੂਆਂ ਦੀ ਕਦੇ ਕੀਮਤ ਦੁਨੀਆ 'ਚ ਨਹੀਂ ਪੈ ਸਕਦੀ। ਇੱਥੇ ਇੱਕ ਪੱਖ ਮੈਂ ਹੋਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਤੁਸੀਂ ਗੁਜਰਾਤ ਵਡੋਦਰਾ ਗਏ ਹੋਗੇ? ਕਦੇ ਨਹੀਂ ਗਏ ਹੋਗੇ ਤੇ ਸੁਣਿਆ ਜ਼ਰੂਰ ਹੋਏਗਾ। ਉੱਥੇ ਗੁਰਦੁਆਰਾ ਸਾਹਿਬ ਹੈ ਨਾਨਕਵਾੜੀ। ਵਡੋਦਰਾ ਦੇ ਰਾਜੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 5 ਕਲਾ ਸ਼ਸਤਰ ਪਿਆ ਹੋਇਆ ਉਹਦੇ ਮਹਿਲਾਂ ਦੇ ਅੰਦਰ। ਮੈਂ 2 ਵਾਰ ਦਰਸ਼ਨ ਕੀਤੇ ਹਨ ਉਸ ਸ਼ਸਤਰ ਦੇ। ਜੋ ਰਾਜਾ ਰਤਨ ਰਾਏ ਅਸਾਮ ਦਾ ਰਾਜਾ ਸੀ, ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਸੀਗਾ ਪ੍ਰਸਾਦੀ ਹਾਥੀ, ਚੰਦਨ ਦੀ ਚੌਂਕੀ, 5 ਕਲਾ ਸ਼ਸਤਰ ਤੇ 2 ਵਸਤੂਆਂ ਹੋਰ ਦਿਸ਼ਾਲੇ ਕੀਮਤੀ। ਇਹ ਜਿਹੜਾ ਅੱਜ ਸ਼ਸਤਰ ਹੈ ਉਹ ਬੜੌਦਾ ਦੇ ਗੁਜਰਾਤੀ ਰਾਜੇ ਦੇ ਮਹੱਲਾਂ ਵਿੱਚ ਪਿਆ ਹੋਇਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਕਰੋੜ ਦੇ ਆਫਰ ਤੋਂ ਬਾਅਦ ਵੀ ਉਸਨੇ ਉਹ ਸ਼ਸਤਰ ਨਹੀਂ ਦਿੱਤਾਗਾ। ਉਸ ਨੂੰ ਪੁੱਛਿਆ ਗਿਆ ਵੀ ਇਹ ਸ਼ਸਤਰ ਤੂੰ ਕਿਉਂ ਨਹੀਂ ਦੇਣਾ ਚਾਹੁੰਦਾ? ਉਹ ਕਹਿੰਦਾ ਵਾਹਿਜ ਇੱਕ ਦੁਨੀਆ ਦੇ ਮਹਾਬਲੀ ਗੁਰੂ ਗੋਬਿੰਦ ਸਿੰਘ ਲਈ ਇਹ ਸ਼ਸਤਰ ਬਣਿਆ, ਇਸ ਲਈ ਮੈਂ ਕਿਸੇ ਨੂੰ ਨਹੀਂ ਦਵਾਂਗਾ। ਇਸ ਸ਼ਸਤਰ ਦੇ ਹੱਥ ਜਿਹੜੇ ਹਨ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਹੱਥ ਇਸ ਸ਼ਸਤਰ ਨੂੰ ਲੱਗੇ ਹੋਏ ਹਨ। ਜਦੋਂ ਇਹ ਕਲਗੀ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਪਹੁੰਚੇ ਹਨ ਤਾਂ ਸਾਧ ਸੰਗਤ ਉਹਨਾਂ ਨੇ
ਅਜੀਜ਼ੁਦੀਨ ਨੂੰ ਕਿਹਾ ਹੈ ਕਿ ਤੁਸੀਂ ਖਜ਼ਾਨੇ ਦਾ ਮੂੰਹ ਖੋਲ ਦਿਓ। ਜਿੰਨਾ ਖਜ਼ਾਨਾ ਪਿਆ ਇਸ ਉਸ ਵਕਤ 1,25,000 ਸਾਧ ਸੰਗਤ 1,25,000 ਜਿਹੜਾ 1.25 ਲੱਖ ਰੁਪਇਆ ਖਜ਼ਾਨੇ 'ਚ ਪਿਆ ਸੀ, ਉਹ ਕਲਗੀ ਦੇ ਬਦਲੇ ਲੈਣ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਖਜ਼ਾਨਾ ਉਸ ਨੂੰ ਦੇ ਦਿੱਤਾ ਸੀ ਕਿ ਇਹ ਖਜ਼ਾਨਾ ਕਲਗੀ। ਤੇ ਜਦੋਂ ਸਵੇਰੇ ਉੱਠ ਕੇ ਮਹਾਰਾਜਾ ਰਣਜੀਤ ਸਿੰਘ ਨਮਸਕਾਰ ਕਰਦੇ ਗੁਰੂ ਗ੍ਰੰਥ ਸਾਹਿਬ ਨੂੰ, ਤੇ ਫਿਰ ਜਾ ਕੇ ਕਲਗੀ ਨੂੰ ਨਮਸਕਾਰ ਕਰਕੇ ਕਹਿੰਦੇ ਸੀ, ਕਲਗੀ ਵਾਲਿਆ ਤੇਰੇ ਚਰਨਾਂ 'ਚ ਅਰਦਾਸ ਹੈ, ਇਹ ਕਲਗੀਆਂ ਸਦਾ ਸਿੱਖਾਂ ਦੇ ਸਿਰਾਂ ਤੇ ਸੌਂਦੀਆਂ ਰਹਿਣ, ਸਦਾ ਲੱਗਦੀਆਂ ਰਹਿਣ। ਮੈਨੂੰ ਸੋਹਣ ਸਿੰਘ ਸ਼ੀਤਲ ਦੀਆਂ ਲੈਣਾ ਕੁਝ ਯਾਦ ਆਈਆਂ ਨੇ। ਉਹਨੇ ਬੜੀ ਕਮਾਲ ਦੀ ਗੱਲ ਲਿਖੀ। ਉਹ ਕਹਿੰਦਾ, ਕੋਈ ਦੂਰ ਦੀ ਗੱਲ ਨਹੀਂ, ਦੇਸ਼ ਅੰਦਰ ਕਦੀ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ। ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖਤ ਵਾਲੇ, ਅਣਖ ਆਣ ਵਾਲੇ। ਸਾਡੇ ਸਿਰਾਂ ਤੇ ਕਲਗੀਆਂ ਸੌਂਦੀਆਂ ਸਨ, ਸਾਨੂੰ ਨਿਮਾਉਂਦੇ ਸਨ ਕਈ ਗੁਮਾਨ ਵਾਲੇ। ਸਾਡੇ ਖਾਲਸਾਈ ਕੌਮੀ ਨਿਸ਼ਾਨ ਅੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ। ਸਾਡੀ ਚਮਕਦੀ ਤੇਗ ਦੀ ਧਾਰ ਅੱਗੇ ਭੇਟਾ ਧਰਦੇ ਸਨ ਕਾਬਲ ਈਰਾਨ ਵਾਲੇ। ਇਹਨਾਂ ਪੁੱਛਿਆਂ ਇਧਰ ਨਹੀਂ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ। ਕੌਣ ਜਾਣਦਾ ਸੀ ਰੁਲਦੇ ਫਿਰਨਗੇ ਆਪਣੇ ਤਾਜ 'ਚ ਹੀਰੇ ਹੰਢਾਣ ਵਾਲੇ। ਅੱਜ ਸਿੱਖ ਕੌਮ ਦੀ ਰਾਜਨੀਤਿਕ ਤੌਰ ਤੇ ਵੀ ਏਕਤਾ, ਬੋਲੋ ਜੀ, ਨਹੀਂ ਹੈ, ਔਰ ਧਾਰਮਿਕ ਤੌਰ ਤੇ ਵੀ ਏਕਤਾ ਨਹੀਂ ਹੈ। ਦਿੱਲੀ ਦੇ ਵਿੱਚ ਹਜ਼ਾਰਾਂ ਗੁਰਦੁਆਰੇ ਨੇ, ਸਭ ਦੀ ਆਪਸ ਵਿੱਚ ਏਕਤਾ ਨਹੀਂ ਹੈਗੀ, ਤੇ ਫਿਰ ਕਮਿਊਨਿਟੀ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾ ਸਕਦੇ? ਆਖੋ ਸਤਨਾਮ ਸ੍ਰੀ। ਕਹਿੰਦਾ, ਕੌਣ ਜਾਣਦਾ ਸੀ ਰੁਲਦੇ ਫਿਰਨਗੇ ਆਪਣੇ ਤਾਜ 'ਚ ਹੀਰੇ ਹੰਢਾਣ ਵਾਲੇ। ਸ਼ੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ। ਦੁਨੀਆ ਦੇ ਵੱਡੇ ਵੱਡੇ ਜਰਨੈਲ ਹੋਏ ਨੇ, ਵੱਡੇ ਵੱਡੇ ਯੋਧੇ ਹੋਏ ਨੇ। 1892 ਦੇ ਅੰਦਰ ਇੰਗਲਿਸ਼ ਐਡੀਟਰ ਨੇ ਅਖਬਾਰ ਦੇ ਅੰਦਰ ਆਰਟੀਕਲ ਦਿੱਤਾ ਹੈ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਯੋਧੇ ਮਹਾਬਲੀ ਸੂਰਬੀਰ ਹਨ, ਉਹਨਾਂ ਦੇ ਬਾਰੇ ਐਡਰੈਸ ਤੇ ਚਿੱਠੀਆਂ ਲਿਖ ਕੇ ਭੇਜੀਆਂ ਜਾਣ। ਪੂਰੀ ਦੁਨੀਆ ਤੋਂ ਚਿੱਠੀਆਂ ਆਈਆਂ। ਸਾਧ ਸੰਗਤ, ਫਿਰ ਉਹਨੇ ਜੋ 1892 ਦੀ ਅਖਬਾਰ 'ਚ ਲਿਖਿਆ, ਕਹਿੰਦਾ, ਭਾਵੇਂ ਦੁਨੀਆ ਦੇ ਅੰਦਰ ਚੰਗੇਜ਼ ਖਾਂ ਹੈ, ਨਪੋਲੀਅਨ ਹੈ, ਰਿਚਰਡ ਹੈ, ਡਿਊਕ ਆਫ ਕਲਿੰਟਨ ਹੈ, ਬੜੇ ਜਰਨੈਲ ਹਨ। ਇਹਦੇ ਅੰਦਰ ਬੜੇ ਵੱਡੇ ਵੱਡੇ ਜਰਨੈਲਾਂ ਦਾ ਨਾਮ ਆਇਆ, ਪਰ ਉਹ ਕਹਿੰਦਾ ਮੇਰੀ ਨਿਗਾਹ ਦੇ ਅੰਦਰ ਇੱਕ ਹੀ ਬਹਾਦਰ ਹੈ। ਉਸ ਨੂੰ ਪੁੱਛਿਆ ਗਿਆ, ਕਿਹੜਾ? ਉਹ ਕਹਿੰਦਾ, ਜਦੋਂ ਦਰਾਏ ਖੈਬਰ ਦੀ ਜਾਂ ਜਮਰੌਦ ਦੇ ਕਿਲੇ ਦੀ ਗੱਲ ਆਉਂਦੀ ਹੈ, ਇਹ ਜਿੰਨੇ ਦਿੱਗਜ ਵੱਡੇ ਨਾਮ ਨੇ ਸਾਰੇ ਅਸਫਲ ਹੋ ਜਾਂਦੇ ਨੇ। ਅਗਰ ਕੋਈ ਜਮਰੌਦ ਦੇ ਵਿੱਚ ਸਫਲ ਹੁੰਦਾ ਤੇ ਉਸ ਜਰਨੈਲ ਦਾ ਨਾਮ ਹੈ ਸਰਦਾਰ ਹਰੀ ਸਿੰਘ ਨਲੂਆ। ਕਹਿੰਦਾ ਮੇਰੀ ਨਿਗਾਹ 'ਚ ਇੱਕ ਹੀ ਜਰਨੈਲ ਹੈ ਜਿਹੜਾ ਬਹਾਦਰ ਹੋਇਆ ਹੈ। ਇਹ ਸਾਧ ਸੰਗਤ, ਹਰੀ ਸਿੰਘ ਨਲੂਆ ਉਹ ਜਰਨੈਲ ਹੋਇਆ ਹੈ ਜਿਹਨੇ ਮੁਲਤਾਨ ਦਾ ਕਿਲਾ, ਜਮਰੌਦ ਦਾ ਕਿਲਾ, ਦਰਾਏ ਖੈਬਰ ਦੇ ਕਿਲੇ ਫਤਿਹ ਕੀਤੇ ਸਨ। ਜੰਮੂ ਐਂਡ ਕਸ਼ਮੀਰ ਦੇ ਅੰਦਰ ਜਿਹੜੀ ਕੇਸਰ ਦੀ ਅੱਜ ਖੇਤੀ ਤੁਸੀਂ ਦੇਖ ਰਹੇ ਹੋ, ਇਹ ਵੀ ਸਰਦਾਰ ਹਰੀ ਸਿੰਘ ਨਲੂਏ ਦੀ ਦੇਣ ਹੈ। ਹਰੀ ਸਿੰਘ ਨਲੂਏ ਦੇ ਨਾਮ ਦਾ ਸਿੱਕਾ ਚੱਲਦਾ ਸੀਗਾ ਜੰਮੂ ਤੇ ਕਸ਼ਮੀਰ ਦੇ ਅੰਦਰ। ਇਹ ਸਾਧ ਸੰਗਤ, ਬੜੇ ਬੜੇ ਵੱਡੇ ਬਹਾਦਰ ਹੋਏ ਨੇ। ਤੁਸੀਂ ਅਕਬਰ ਤੇ ਜੋਧਾ ਬਾਈ ਦਾ ਨਾਮ ਸੁਣਿਆ ਹੋਏਗਾ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਜੋਧਾ ਬਾਈ ਨੇ ਸ਼ਹਿਜ਼ਾਦਾ ਸਲੀਮ ਜਹਾਂਗੀਰ ਨੂੰ ਜਨਮ ਦਿੱਤਾ ਹੈ, ਤੇ ਜਦੋਂ ਜੋਧਾ ਬਾਈ ਨੇ ਜਹਾਂਗੀਰ ਨੂੰ, ਸਲੀਮ ਨੂੰ ਜਨਮ ਦਿੱਤਾ ਹੈ, ਤੇ ਉਸ ਨੂੰ ਉਹਦੀ ਮਾਂ ਦਾ ਦੁੱਧ ਨਹੀਂ ਪੀਣ ਦਿੱਤਾ ਗਿਆ। ਹਾਲਾਂਕਿ ਮਾਂ ਉਹਦੀ ਉਹ ਹੈ, ਪਰ ਮਾਂ ਦਾ ਦੁੱਧ ਨਹੀਂ ਪੀਣ ਦਿੱਤਾ ਗਿਆ। ਸਲੀਮ ਨੂੰ, ਜਹਾਂਗੀਰ ਨੂੰ ਅਗਰ ਦੁੱਧ ਪਿਲਾਇਆ ਗਿਆ, ਸਭ ਤੋਂ ਪਹਿਲਾਂ ਉਹ ਦੁੱਲੇ ਭੱਟੀ ਦੀ ਮਾਂ ਲੱਧੀ ਦਾ ਦੁੱਧ ਪਿਲਾਇਆ ਗਿਆ। ਅਸੀਂ ਕਹਿੰਦੇ ਆ ਨਾ, ਦੁੱਲਾ ਭੱਟੀ ਵਾਲਾ ਸ਼ੇਰ ਸ਼ੱਕਰ ਪਾਈ, ਜਿਹੜੀ ਲੋਹੜੀ ਦੇ ਮਨਾਇਆ ਜਾਂਦਾ, ਇਹ ਦੁੱਲਾ ਹੋਇਆ ਹੈ ਜਿਹਨੇ ਗਰੀਬ ਧੀਆਂ ਦੇ ਵਿਆਹ ਕੀਤੇ ਸਨ। ਦੁੱਲਾ ਬੜਾ ਬਹਾਦਰ ਸੀ, ਤੇ ਦੁੱਲੇ ਦੀ ਮਾਂ ਦਾ ਨਾਂ ਸੀ ਲੱਧੀ। ਤੇ ਉੱਥੇ ਕਹਾਵਤ ਸੀ ਪੰਜਾਬ ਦੀ ਕਿ ਜਾਮਨੀ ਲੁੱਧਾ, ਕਹਿੰਦੇ ਵੀ ਲੱਧੀਏ ਤੂੰ ਦੁੱਲੇ ਨੂੰ ਜਨਮ ਦੇ, ਮੈਂ ਧੀ ਲਈ ਹੈ ਜੰਮ। ਤੇ
ਉੱਥੇ ਜਿਹੜੇ ਬੋਲ ਲਿਖੇ ਸਨ ਕਿ ਜੰਮ ਨੀ ਦੁੱਲਾ ਲੱਦੀਏ ਮੈਂ ਧੀ ਲਈ ਹੈ ਜੰਮ ਕੇ, ਅੱਜ ਤੇ ਮੇਰੀ ਧੀ ਨੂੰ ਅਗਰ ਕੋਈ ਬਚਾਉਣ ਵਾਲਾ ਤੇ ਉਹ ਦੁੱਲਾ ਹੋਏਗਾ। ਤੇ ਲੱਦੀ ਇੰਨੀ ਬਹਾਦਰ ਸੀਗੀ ਕਿ ਜੋਧਾ ਬਾਈ ਦਾ ਦੁੱਧ ਨਹੀਂ ਪਿਲਾਇਆ ਗਿਆ, ਬਲਕਿ ਦੁੱਲੇ ਭੱਟੀ ਦੀ ਮਾਂ ਦਾ ਦੁੱਧ ਪਿਆਇਆ ਗਿਆ ਸੀ ਜਹਾਂਗੀਰ ਨੂੰ। ਤੇ ਉਹਨੂੰ ਪੁੱਛਿਆ ਵੀ ਇਹ ਕਿਉਂ ਨਹੀਂ ਪਿਆਇਆ? ਉਹਨਾਂ ਨੇ ਕਿਹਾ ਜੋਧਾ ਬਾਈ ਗੁਲਾਮ ਕੌਮ ਦੀ ਔਰਤ ਹੈ। ਸੂਝਵਾਨ ਸਾਡੇ ਵੀਰ ਬਜ਼ੁਰਗ ਬੈਠੇ ਨੇ, ਉਹ ਇਹ ਗੱਲ ਨੂੰ ਸਮਝ ਲੈਣਗੇ। ਉਹ ਕਹਿੰਦੇ ਜੋਧਾ ਬਾਈ ਗੁਲਾਮ ਕੌਮ ਦੀ ਔਰਤ ਹੈ, ਤੇ ਅਗਰ ਸਲੀਮ ਗੁਲਾਮ ਮਾਂ ਦਾ ਦੁੱਧ ਪੀਏਗਾ ਤੇ ਗੁਲਾਮੀ ਵਾਲੀਆਂ ਹੀ ਗੱਲਾਂ ਕਰੇਗਾ, ਅਗਰ ਬਹਾਦਰ ਔਰਤ ਦਾ ਦੁੱਧ ਪੀਏਗਾ ਤੇ ਬਹਾਦਰੀ ਵਾਲੀਆਂ ਗੱਲਾਂ ਕਰੇਗਾ। ਅੱਜ ਸਾਡੇ ਬੱਚੇ ਡੱਬਿਆਂ ਵਾਲਾ ਦੁੱਧ ਪੀਂਦੇ ਨੇ, ਆਖੋ ਸਤਨਾਮ ਸ੍ਰੀ, ਬਸ ਗੱਲਾਂ ਵੀ ਫਿਰ ਉਦਾਂ ਦੀਆਂ ਹੀ ਕਰਨਗੇ। ਹਰੀ ਸਿੰਘ ਨਲਵੇ ਦੀ ਮਾਂ ਕਿੱਡੀ ਬਹਾਦਰ ਹੋਏਗੀ ਕਿ ਜਿਹਨੇ ਆਪਣੇ ਪੁੱਤਰ ਨੂੰ ਏਡੀ ਵੱਡੀ ਗੁਰਮਤ ਦੀ ਗੁੜਤੀ ਦਿੱਤੀ ਹੋਏਗੀ। ਦੁਨੀਆ ਦੇ ਅੰਦਰ ਬੜੇ ਵੱਡੇ ਵੱਡੇ ਬਹਾਦਰ ਹੋਏ ਨੇ, ਪਰ ਉਹ ਕਹਿੰਦਾ 1892 ਦੇ ਐਡੀਟਰ ਅਖਬਾਰ ਦੇ ਅੰਦਰ ਕਿ ਅਗਰ ਮੇਰੀ ਨਿਗਾਹ 'ਚ ਕੋਈ ਬਹਾਦਰ ਹੈ ਤੇ ਉਹ ਸਰਦਾਰ ਹਰੀ ਸਿੰਘ ਨਲੂਆ ਹੈ, ਇਸ ਤੋਂ ਉੱਪਰ ਕੋਈ ਨਹੀਂ ਹੋ ਸਕਿਆਗਾ। ਤੇ ਸਰਦਾਰ ਹਰੀ ਸਿੰਘ ਨਲੂਏ ਜਮਰਾਓ ਦਾ ਕਿਲਾ ਜਿਹੜਾ ਹੈ, ਦੋਸਤ ਮੁਹੰਮਦ ਖਾਨ ਨੂੰ ਖਬਰ ਮਿਲਦੀ ਹੈ ਕਿ ਲਾਹੌਰ ਦੇ ਅੰਦਰ ਫੌਜਾਂ ਲੱਗੀਆਂ ਹੋਈਆਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਦੀ ਸ਼ਾਦੀ ਹੈ। ਦੋਸਤ ਮੁਹੰਮਦ ਖਾਨ ਨੇ ਆ ਕੇ ਜਮਰਾਓ ਦੇ ਕਿਲੇ ਤੇ ਹਮਲਾ ਕਰ ਦਿੱਤਾ ਹੈ। ਹਰੀ ਸਿੰਘ ਨਲੂਆ ਜਿਹੜਾ ਹੈ ਪਸ਼ਾਵਰ 'ਚ ਬੈਠਾ ਹੋਇਆ ਹੈ, ਬਿਮਾਰ ਹੈ। ਜਦੋਂ ਹਰੀ ਸਿੰਘ ਨਲੂਏ ਨੂੰ ਇਹ ਖਬਰ ਮਿਲਦੀ ਹੈ ਤਾਂ ਫਿਰ ਹਰੀ ਸਿੰਘ ਨਲੂਆ ਬਿਮਾਰ ਹੁੰਦਿਆਂ ਉੱਠਦਾ ਹੈ, ਤੇ ਉਹ ਖਬਰ ਪਹੁੰਚਾਉਣ ਵਾਲੀ ਵੀ ਇੱਕ ਔਰਤ ਹੈ। ਜਮਰਾਓ ਦੇ ਕਿਲੇ ਦੇ ਵਿੱਚ ਸਰਦਾਰ ਮਹਾ ਸਿੰਘ ਚਿੱਠੀ ਲਿਖਦਾ ਹੈ। ਚਿੱਠੀ ਲੈ ਕੇ ਕੌਣ ਜਾਵੇ? ਚਾਰੇ ਪਾਸੇ ਫੌਜ ਲੱਗੀ ਹੋਈ ਹੈ। ਤੇ ਜਮਰਾਓ ਦੇ ਕਿਲੇ 'ਚ ਇੱਕ ਇਸਤਰੀ ਖੜੀ ਹੁੰਦੀ ਹੈ ਜਿਹਦਾ ਨਾਂ ਹੈ ਬੀਬੀ ਹਰਸ਼ਰਨ ਕੌਰ। ਇਹ ਉਹ ਹਰਸ਼ਰਨ ਕੌਰ ਹੈ ਜਿਹਦਾ ਨਾਮ ਪਹਿਲਾਂ ਸ਼ਰਨੀ ਅਗਰਵਾਲ ਪਰਿਵਾਰ ਦੀ ਧੀ ਸੀਗੀ, ਔਰ ਇਹਦੀ ਡੋਲੀ ਪਠਾਨ ਲੁੱਟ ਕੇ ਲੈ ਗਏ ਸਨ। ਇਹ ਜਿਹੜਾ ਸਰਬਾਲੇ ਦਾ ਰਿਵਾਜ ਵੀ ਚੱਲਦਾ ਹੈ ਨਾ, ਇਹ ਉਦੋਂ ਤੋਂ ਸ਼ੁਰੂ ਹੋਇਆ ਹੈ ਕਿ ਅਗਰ ਡੋਲੀ ਲੁੱਟੀ ਜਾਏਗੀ ਤੇ ਵਿਆਹ ਵਾਲਾ ਲਾੜਾ ਮਾਰਿਆ ਗਿਆ, ਬਰਾਤ ਨਾ ਪਹੁੰਚ ਸਕੀ, ਤੇ ਉਹਦੇ ਪਰਿਵਾਰ ਦੇ ਚਾਚੇ ਤਾਇਆਂ ਦੇ ਵਿੱਚੋਂ ਹੀ ਜਿਹੜਾ ਸਰਬਾਲਾ ਬਣਾਇਆ ਜਾਂਦਾ ਸੀ ਵੀ ਉਹਦੇ ਨਾਲ ਵਿਆਹ ਕੇ ਲੈ ਆਵਾਂਗੇ। ਇਹ ਉਦੋਂ ਦੇ ਰਿਵਾਜ ਸ਼ੁਰੂ ਹੋਏ ਹਨ, ਪਰ ਗੁਰਮਤ ਵਿੱਚ ਇਹਦਾ ਕੋਈ ਕਨਸੈਪਟ ਨਹੀਂ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਇਹਦੀ ਡੋਲੀ ਨੂੰ ਪਠਾਨ ਲੁੱਟ ਕੇ ਲੈ ਕੇ ਇਹਦਾ ਪਿਤਾ ਸਰਦਾਰ ਹਰੀ ਸਿੰਘ ਨਲਵੇ ਕੋਲ ਜਾ ਕੇ ਕਹਿੰਦਾ, ਸਰਦਾਰਾ ਮੈਂ ਖਾਲਸੇ ਦੇ ਦਰਬਾਰ ਵਿੱਚ ਆਇਆ ਹਾਂ, ਜਿਹੜੇ ਪਿਤਾ ਦੀ ਧੀ ਕੋਈ ਪਠਾਨ ਚੁੱਕ ਕੇ ਲੈਣ, ਉਹਦੀ ਇੱਜ਼ਤ ਕੀ ਬਚਦੀ ਹੈ? ਸਰਦਾਰ ਹਰੀ ਸਿੰਘ ਨਲੂਆ ਜਾ ਕੇ ਉਹ ਪਠਾਨ ਨੂੰ ਮਾਰ ਕੇ ਤੇ ਬੀਬੀ ਸ਼ਰਨੀ ਨੂੰ ਛੁਡਾ ਕੇ ਉਹਦੇ ਘਰ ਪਹੁੰਚਾਉਂਦਾ ਹੈ। ਜਦੋਂ ਸਰਦਾਰ ਤੁਰਨ ਲੱਗਦਾ ਹੈ ਤੇ ਬੀਬੀ ਸ਼ਰਨੀ ਉਹਦੀ ਬਾਂਹ ਫੜ ਲੈਂਦੀ, ਹਰੀ ਸਿੰਘ ਨਲੂਏ ਦੀ ਬਾਂਹ ਫੜ ਕੇ ਆਖਦੀ ਹੈ, ਵੀਰਾ ਪਹਿਲਾਂ ਮੈਂ ਕਿਸੇ ਦੀ ਧੀ, ਕਿਸੇ ਦੀ ਪਤਨੀ ਸੀ, ਮੈਂ ਤੇਰੇ ਨਾਲ ਜਾਣਾ ਹੈ। ਉਹਨੇ ਕਿਹਾ, ਭੈਣੇ ਸਾਡੇ ਨਾਲ ਪਲ ਪਲ ਤੇ ਮੌਤ ਚਲਦੀ ਹੈ। ਉਹ ਕਹਿੰਦੀ ਹੈ ਕਿ ਪਹਿਲਾਂ ਮੈਨੂੰ ਕੋਈ ਚੁੱਕ ਕੇ ਲੈ ਗਿਆ ਸੀ, ਲੋਕਾਂ ਨੇ ਕੁਝ ਨਹੀਂ ਆਖਿਆ, ਪਰ ਅੱਜ ਤੋਂ ਬਾਅਦ ਮੈਂ ਹਰੀ ਸਿੰਘ ਨਲੂਏ ਦੀ ਭੈਣ ਬਣ ਗਈ ਆ, ਤੇ ਜੇ ਕੋਈ ਦੁਬਾਰਾ ਚੁੱਕ ਕੇ ਲੈ ਗਿਆ ਤੇ ਲੋਕਾਂ ਨੇ ਆਖਣਾ ਹਰੀ ਸਿੰਘ ਨਲੂਏ ਦੀ ਭੈਣ ਨੂੰ ਲੈ ਗਿਆ ਹੈ। ਉਹਨੇ ਆਪਣੀ ਚੁੰਨੀ ਫਾੜ ਕੇ ਤੇ ਹਰੀ ਸਿੰਘ ਨਲੂਏ ਦੇ ਗੁੱਟ ਤੇ ਬੰਨੀ ਹੈ। ਮੈਂ ਇਤਿਹਾਸ ਦੀਆਂ ਤਰੀਖਾਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਜਦੋਂ ਅਬਦਾਲੀ ਆਉਂਦਾ ਸਨ 1762 ਦੇ ਅੰਦਰ, ਦਿੱਲੀ ਦੇ ਵਿੱਚੋਂ ਹਜ਼ਾਰਾਂ ਲੜਕੀਆਂ ਗ੍ਰਿਫਤਾਰ ਕਰਕੇ ਲਿਜਾਈਆਂ ਜਾਂਦੀਆਂ। ਨਾਦਰ ਸ਼ਾਹ ਵੀ ਲੈ ਕੇ ਜਾਂਦਾ ਹੈ, ਅਬਦਾਲੀ ਲੈ ਕੇ ਜਾਂਦਾ ਹੈ। ਅਗਰ ਕੋਈ ਬਿਆਸ ਦੇ ਦਰਿਆ ਦੇ ਕਿਨਾਰੇ ਤੇ ਉਸ ਨੂੰ ਰੋਕਦਾ ਹੈ ਤੇ ਉਹ ਸਿੱਖ ਜਰਨੈਲ ਨੇ, ਜਿਨ੍ਹਾਂ ਦੇ ਬੜੇ ਵੱਡੇ ਨਾਮ ਨੇ। ਸਰਦਾਰ ਚੜਤ ਸਿੰਘ, ਇਹ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਹੈ। ਸਰਦਾਰ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ। 2200 ਲੜਕੀਆਂ ਛਡਾਈਆਂ ਜਾਂਦੀਆਂ ਨੇ। 2200 ਲੜਕੀਆਂ ਜਿਹੜੀਆਂ ਛਡਾਈਆਂ ਜਾਂਦੀਆਂ ਨੇ, ਉਹਨਾਂ ਦੇ ਘਰ ਵਾਲੇ ਰੱਖਣ ਤੋਂ ਇਨਕਾਰ ਕਰ ਦਿੰਦੇ ਨੇ, ਅਸੀਂ ਘਰ ਨਹੀਂ ਰੱਖਣੀਆਂ। ਭਾਵੇਂ ਲੜਕੀਆਂ ਛਡਾ ਕੇ ਸਿੱਖ ਘਰਾਂ 'ਚ ਪਹੁੰਚਾਉਂਦੇ ਨੇ, ਬਹੁਤੇ ਪਰਿਵਾਰਾਂ ਨੇ ਆਪਣੀਆਂ ਧੀਆਂ ਘਰ ਰੱਖਣ ਤੋਂ ਇਨਕਾਰ ਕਰਤੀਆਂ ਸੀ ਕਿ ਅਬਦਾਲੀ ਅੱਜ ਧੀਆਂ ਲੈ ਗਿਆ, ਕੱਲ ਫੇਰ ਆਏਗਾ ਤੇ ਸਾਨੂੰ ਵੀ ਮਾਰ ਜਾਏਗਾ। ਉਹਨਾਂ ਧੀਆਂ ਨੇ
फिर सिखां दे गुट्टां ते चुन्नियां फाड़ के बंद कीतियां सी कि अज कोई साडी पत दा राखा है ते वो केवल गुरु गोबिंद सिंह दा खालसा है, होर कोई नहीं गा। बीबी शरनी ने कहा, वीरा जिन्हां धीआं दी इज्जत चली जाती कदे वापस नहीं आया करती। ये बीबी अपने पति दे नाल जमराओ के किले च रही, अमृत छक के इहदा नाम हरशरण कौर रखिया गया। ते जदों सरदार महा सिंह ने चिट्ठी लिखी है कि हरी सिंह नलूए नूं चिट्ठी पहुंचाई जावे कि इत्थे पठाणा ने घेरा पा लिया। आप नूं पता होवे कि पठाण अज भी सलवारां पा के रखते हैं। ये हरी सिंह नलूए ने इन्नी मार मारी सी कि उन्होंने कहा सी कि दरबारे खालसा च अगर जिदन पेश होना है ना तो सलवार पा के आना है। तुसीं आखो सतनाम श्री। वह गल वक्री भी अज साडे सरदार मुंडे भी सलवारां पाउण लग गए। ये औरत की निशानी सी, मर्दां दी नहीं। कहंदा बुलबुल ते पिंजरे च कदे बाज नहीं रहिंदे, बुलबुल ते पिंजरे च कदे बाज नहीं रहिंदे, बुज़दलां दे कोल कदे राज नहीं रहिंदे। जिस कौम नूं सिर झुका के चलण दी आदत पै जाए उस कौम दे सिर ते कदे ताज नहीं रहिंदे। जिन्हां नूं सिर झुका के चलण दी आदत पै जाए वो कदे ताज नहीं रखिया करदे। ते साध संगत हरी सिंह नलूआ वो जरनैल है जिहड़ा बीबी शरनी दी पत बचा के आउंदा है। जदों हरी सिंह नलूए ने जमराओ दा किला जित्तिया, इत्थे फिर पठाणा नाल लड़ाई हुई, घर बार उजड़े लोकां दे। ते सवेरे जदों हरी सिंह नलूआ अपने तंबू च बैठा नितनेम कर रहा है ते पठाणा दी कुड़ी जांदी है नौजवान 16 साल दी। वो जाके सिखां नूं कहंदी है कि मैं तुहाडे जरनैल नूं मिलना है, जबकि उहदी मंगनी होई हुई है। सरदार हरी सिंह नलूए को जान नहीं दिता जाता, वो वापस जान लगती है। कहने लगी मैं तो सुनिया सीगा कि जिहड़ा तुहाडे सिखां दे दरबारे खालसा दे कोई दरबार आउंदा खाली नहीं जांदागा, तुसीं ते मैनूं खाली मोड़ दिता। सिखां ने जान दिता अंदर सरदार हरी सिंह नलूआ बैठा होया है। ते ओ लड़की नौजवान बीबी सवाल करती है हरी सिंह नलूए नूं, कहंदी जे तुसीं खालसा इन्ने बहादुर हो, लोकां दी इज्जतां रखण वाले हो, ते साडे घर बार क्यों उजाड़ दिते हैं? ते सरदार हरी सिंह नलूए ने कहा सीगा, कहने लगे इत्थे मुकाबला औरतां दा नहीं हो रहा, इत्थे मुकाबला बहादुरां दा हो रहा है। ते मैदाने जंग दे अंदर दो जरनैल जदों लड़दे ने फिर एक जितदा ते एक हारदा है। ते जे तुहाडे पठाणा दे अंदर दम है, जाके कह दो दोस्त मुहम्मद खान नूं कि हरी सिंह नलूआ बैठा होया, जे उन्हें किला वापस लेना तो आके साडे नाल लड़ाई करके ले लवे। हुण जदों ये गल्लां हरी सिंह नलूए दीयां सुणीआं ते ओ बीबी कहण लगी हरी सिंह नलूए नूं मेरी एक मंग है। वो कहंदा दस की मंग है? कहंदी मैं चाहुंदी हां कि तेरे वर्गा मेरे घर पुत्र पैदा होवे। आखो सतनाम श्री। कदे तुसी जनरल जोरावर सिंह का इतिहास पढ़ो, मेरे को सिर्फ कल का दिन बाकी है। कुछ पक्ष तुहाडे सामने जनरल जोरावर सिंह दे रखांगे जिहड़े 30 डिग्री माइनस च लड़दा रहा, और ओदी मौत तो बाद ओदे वाल की कीमत 12 रुपये पई सीगी। सिख जरनैलां दे वाल तक विके ने। आखो सतनाम श्री। किहड़ियां-किहड़ियां यूनीवर्सिटियां वर्ल्ड दीयां जिन्हां विच अज सिखां दे नाम ते अवार्ड रखे गए हैं? किहड़े-किहड़े विदेशां दे कानून लॉ ने जिहड़े अज सिखां दे नाम ते बनाए गए हैं? यूरोपियन शैनगन 26 कंट्रियां दा एक लॉ है कि जिस बंदे ने यूरोप तो लंडन सिटीजनशिप लैनी हो सरिंदर सिंह रूट के नाम ते फाइल करेगा, केस तां पक्का हो सकता है। अगर एक कानून बनाया गया तो वह भी एक सरदार के नाम ते बनाया गया है। इस साध संगत वो कहता बाहर हो जा तंबू चों, वो बाहर चली गई। फिर वो कहती है मैं सुनिया है कि गुरु नानक के दर ते कोई आवे ते खाली नहीं जाता, पर मैं अज कहांगी कि मैं एक गुरु नानक के सिख के दर ते गई सी, खाली आ गई। हरी सिंह नलूए ने बुला लिया। जिस पलंग ते पीड़े ते बैठा सी थले उतर गया, कहता इत्थे बैठ जा। अपने उपरों ला के चादर जरनैल ने उस लड़की दे पा के आखिया, कहने लगा जा तू कहती सी ना मेरे वर्गा पुत्र पैदा होवे, अज तो बाद हरी सिंह नलूआ तेरा पुत्र बन गया। ये इतिहास गवाह है।
ਇਹ ਇਤਿਹਾਸ ਗਵਾਹ ਹੈ ਕਿ ਸਿੱਖਾਂ ਦੇ ਕਿਰਦਾਰ ਤੋਂ ਲੋਕ ਪ੍ਰਭਾਵਿਤ ਸਨ। ਜਦੋਂ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈਸ ਚਲਦੀ, ਜਿਹੜੀ ਅੱਜ ਵੀ ਚੱਲ ਰਹੀ ਹੈ, ਉੱਥੇ ਮੁਸਲਮਾਨ ਵੀਰ ਟ੍ਰੇਨ ਦੇ ਡੱਬਿਆਂ 'ਚ ਘੁੰਮ ਰਿਹਾ, ਕਦੇ ਇੱਧਰ ਤੇ ਕਦੇ ਉੱਧਰ। ਇੱਕ ਵੀਰ ਨੇ ਪੁੱਛਿਆ, ਤੇਰਾ ਕੁਝ ਗਵਾਚ ਗਿਆ? ਕਹਿੰਦਾ ਨਹੀਂ। ਤੇ ਕੀ ਢੂੰਡ ਰਿਹਾ? ਕਹਿੰਦਾ ਮੈਂ ਇੱਕ ਸਰਦਾਰ ਦੇਖ ਰਿਹਾ ਪਗੜੀ ਵਾਲਾ। ਕਹਿੰਦਾ ਕਿਉਂ? ਕਹਿੰਦਾ ਮੇਰੀ ਧੀ ਨੇ ਅੰਮ੍ਰਿਤਸਰ ਜਾਣਾ ਹੈ ਤੇ ਮੈਨੂੰ ਵੀਜ਼ਾ ਨਹੀਂ ਮਿਲਿਆਗਾ। ਤਾਂ ਕਹਿੰਦੇ ਸਰਦਾਰ ਦਾ ਕੀ ਕਰਨਾ ਹੈ? ਕਹਿੰਦਾ ਦੁਨੀਆ 'ਚ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਜਿਹੜੀ ਮੇਰੀ ਧੀ ਨੂੰ ਮਹਿਫੂਜ਼ ਕਰ ਪਹੁੰਚਾ ਸਕਦਾ ਹੈ। ਜਮਰਾਉਦ ਦੇ ਕਿਲੇ ਦੇ ਵਿੱਚ ਅਗਲੀ ਵਾਰਤਾਲਾਪ ਕੀ ਹੁੰਦੀ ਹੈ ਉਹ ਮੈਂ ਕੱਲ ਦੇ ਆਖਰੀ ਦੀਵਾਨ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗਾ। ਇਤਿਹਾਸ ਕੌਮ ਦਾ ਬੜਾ ਮਹਾਨ ਹੈ, ਸਾਡੇ ਬੱਚਿਆਂ ਨੂੰ ਉਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਫਿਰ ਜਦੋਂ ਕਦੇ ਸਮਾਂ ਮਿਲੇਗਾ ਤਾਂ ਮੈਂ ਬੱਚਿਆਂ ਦੇ ਨਾਲ ਉਹ ਤਸਵੀਰਾਂ ਸਾਂਝੀਆਂ ਕਰਦਾ ਹੁੰਨਾ ਕਿ ਜਿਹੜੀਆਂ ਉਹਨਾਂ ਨੇ ਕਦੇ ਵੇਖੀਆਂ ਨਹੀਂ ਗਿਆ, ਜਿਨ੍ਹਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਸਾਡਾ ਆਨੰਦ ਕਾਰਜ ਐਕਟ ਕੀ ਸੀਗਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਚੱਲਿਆ ਵੀ ਉਹ ਕੌਣ ਲੋਕ ਸਨ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਸੀਗੀਆਂ। तो फिर जो समा मिलेगा तुहाडे रूबरू होवांगे। आखिरी पंक्तियां पढ़ के आपां समाप्ति करांगे। सारी संगत का बहुत बहुत धन्यवाद। चरण कमल आधार जन का रास पूंजी एक। जिहड़े परमात्मा दे भगत हन उन्हां दे जीवन का आधार परमात्मा का नाम है। उन्हां लई रास पूंजी भाव रस्ते विच खर्चण वाला खजाना ही एक परमात्मा का नाम है। तान मान दीवान साचा नानक की प्रभ टेक। कहंदे भगतां दा मान भी है बल भी है, वो एक परमात्मा का नाम ही है, ओदा ही सच्चा दरबार है। हे नानक तू भी उस मालिक की टेक ले ला। सारी संगत आखिरियां पंक्तियां पढ़ो। तान मान दीवान नानक की प्रभ टेक। समूह संगत का बहुत बहुत धन्यवाद। विचार करते हैं ये अंत भुल्लां दी खिमा करनी। इत्थों दी सारी संगत साडियां मातावां भैणां वल्लों बहुत मान सत्कार बख्शिश किया गया। सो सारे वीर जिन्ने इत्थे जुड़ते हैं, फिर बेनती जिहड़े घरां सुणदे हन कृपा करके 20 मिनट का समा कढ के जरूर पहुंचिया करो। गुरु बख्शिश करन हाजरी प्रवान करन। समूह प्रबंधक कमेटी का बहुत अच्छा उपराला है। वख-वख समयां ते प्रचारकां नूं बुला के कौम दे बच्चिआं नूं संगतां नूं जानकारी दिंदे रहिंदे हन। मैं धन्नवादी हाँ वीर भुपिंदर सिंह जी मानसरोवर गार्डन तो, जिन्हां दे सहयोग सदका पहली बार अगर मैनूं दर्शन करन दा मौका मिलिया है इत्थे गुरुद्वारा साहिब, तो वीर भुपिंदर सिंह जी के सहयोग नाल। तो गुरु बख्शिश करन। फिर समा मिलेगा। कल का आखिरी दीवान है, सारिਆਂ ने पहुंचण की कृपालता करनी। बुलाओ फतेह आखो जी। वाहिगुरू जी का खालसा वाहिगुरू जी की फतेह। राम कली महला तीजा। आनंद को ओंकार सतगुर प्रसाद। आनंद पया मेरी माए सतगुरु मैं पाया। सतगुर का पाया सहज सेठी मन वजिया वाधाइयां। राग रतन परवार भरियां शब्द गामण आईयां। शब्द उतां गावो हरि केरा मन जनी वसाया। कह नानक